मित्र प्यारे हाल मुरीदा दा कहना। गुरु नानक पद पंकज बंदन पद पंकज बंदन सिमरो अंगद दुख निकंद। गुर अमरदास हृदय नित त्यागो हृदय नित। श्री गुरु रामदास गुण गुर अर्जन विघ्नन के नासक विघ्नन के हर गोविंद शुभ सुमत प्रकाश। श्री हर राय नमो कर जोरी नमो कर। श्री हर कृष्ण मनाओ बहो गुर तेग बहादुर परम कृपाला जी परम कृपा। श्री गुरु गोविंद सिंह तरो तरा पर पुन पुन सीसा जी पुन पुन बंदों बार बार जगदी। एक अंकारा सतगुरु तेह प्रसाद सच हो। वाहिगुरु जी की फतेह है विघ्न विनाशन सो। वाहिगुरु जी की फतेह है विघ्न विनाशन सोए। परे कटे तत धाक को तुरक भी न सकै नंदा सतमुख झाक। वाहिगुरु जी का खालसा वाहिगुरु जी की फतेह। जगहो जगह टल दीन दुनिया के वाली साहिब सच्चे पातशाह धन धन श्री गुरु ग्रंथ साहिब जी महाराज गुरुदेव जी दे पावन मुबारक चरणा कवलों पास हाजरियां भर रहे गुरु स्वरूप गुरु खालसा साध संगत जी। आप समूह संगतां गुरु पंथ दा पावन पवित्र लड़ीवार इतिहास सरवण करन वास्ते हाजरियां भर रहे हो। शमश खान जाली दीन वजीद खां कसूर दे रहण वाले 3 पठाणां नूं बादशाह ने हमला करन वास्ते भेजिया है। यह इकत्तर हो करके पंजाब दे विच आए क्योंकि फरक्षर बादशाह नूं इउं जापिया जिवें कुल्लू विच बाबा बंदा सिंह बहादुर गिरफ्तार है तो असीं कब्जा कर लवांगे। जिहड़ा शमश खान सी उन्हें लोहगढ़ के किले नूं घेरा पा लिया। बाबा बाज सिंह उहदे अंदर सन। वजीद खान दुआबे इस प्रकार पठानकोट चला गया तो जिहड़ा जाली दीन सी वो दुआबे चला गया। जाली दीन नूं इउं जापदा सी कि ਸਿੰਘਾਂ ਦਾ मैं शिकार करांगा जिवें सहे का शिकार किया जाता है। जिथे कोई ਸਿੰਘ नज़र आउंदा नूं शहीद कर दिंदा ते ਸਿੰਘ समय की नजाकत नूं वेखदिआं दुआबे का इलाका छड्ड के चले गए। तो बाबा बाज सिंह जी
ਲੋਹਗੜ੍ਹ ਦੇ ਕਿਲ੍ਹੇ ਵਿੱਚ ਸਨ ਥੋੜ੍ਹੇ ਜਿਹੇ ਸਿੰਘਾਂ ਦੇ ਨਾਲ। ਇੱਥੇ ਕੁਝ ਸਮਾਂ ਯੁੱਧ ਹੋਇਆ, ਉਹਨਾਂ ਨੇ ਕਿਲ੍ਹਾ ਛੱਡਿਆ ਅਤੇ ਦੁਆਬੇ ਦੇ ਵਿੱਚ ਆ ਗਏ। ਜਦੋਂ ਜਾਲੀ ਦੀਨ ਬਾਰੇ ਪਤਾ ਲੱਗਾ ਨਾ ਵੀ ਉਹ ਸਿੰਘਾਂ ਨੂੰ ਸ਼ਹੀਦ ਕਰਦਾ ਪਿਆ, ਉਹਨੂੰ ਮਾਣ ਬੜਾ ਸੀ ਕਿ ਮੇਰੇ ਕੋਲ ਫੌਜਾਂ ਨੇ ਅਤੇ ਮੈਨੂੰ ਕੌਣ ਮਾਰ ਸਕਦਾ। ਅਤੇ ਬਾਬਾ ਬਾਜ ਸਿੰਘ ਨੇ ਆ ਕੇ ਜਾਲੀ ਦੀਨ ਝਟਕਾ ਦਿੱਤਾ। ਇੱਧਰ ਸ਼ਮਸ਼ ਖਾਨ ਨੂੰ ਪਤਾ ਲੱਗਿਆ, ਜਦੋਂ ਉਹ ਫੌਜਾਂ ਲੈ ਕੇ ਦੁਆਬੇ ਨੂੰ ਚੱਲ ਪਿਆ ਅਤੇ ਵਜੀਦ ਖਾਂ ਦਾ ਚਾਚਾ ਲੱਗਦਾ ਸੀ, ਅਤੇ ਵਜੀਦ ਖਾਂ ਨੂੰ ਚਿੱਠੀ ਲਿਖੀ ਵੀ ਖਬਰਦਾਰ ਰਹੀਂ ਅਤੇ ਆਪਾਂ ਦੋਨੇ ਮਿਲ ਕੇ ਜੰਗ ਕਰਾਂਗੇ। ਦੋਹੇ ਜਾਣੇ ਆਪਸ ਵਿੱਚ ਮਿਲ ਗਏ, ਥੋੜ੍ਹਾ ਸੁੱਖ ਦਾ ਸਾਹ ਲਿਆ। ਇਹਦੀ ਸਗਾਈ ਹੋਈ ਸੀ ਸ਼ਮਸ਼ ਖਾਨ ਦੀ ਅਤੇ ਨਿਕਾਹ ਸੀ। ਜਦੋਂ ਕਸੂਰ ਵਾਪਸ ਜਾਣ ਲੱਗਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗ ਗਿਆ ਅਤੇ ਉਹਨਾਂ ਆਖਿਆ, ਸਿੰਘੋ ਇਹ ਜਿਉਂਦਾ ਨਹੀਂ ਜਾਣਾ ਚਾਹੀਦਾ। ਬੰਦਾ ਸਿੰਘ ਬਹਾਦਰ ਆਪ 40 ਸਿੰਘਾਂ ਦਾ ਜਥਾ ਲੈ ਕੇ ਆਇਆ ਅਤੇ ਕਸੂਰ ਦਾ ਰਾਹ ਰੋਕ ਲਿਆ। ਸ਼ਮਸ਼ ਖਾਨ ਹਾਥੀ 'ਤੇ ਬੈਠਾ ਸੀ, ਤੀਰ ਮਾਰਿਆ, ਜ਼ਖਮੀ ਕੀਤਾ, ਨੇਜਾ ਮਾਰ ਕੇ ਹੇਠਾਂ ਸੁੱਟ ਲਿਆ ਅਤੇ ਤਲਵਾਰ ਦੇ ਨਾਲ ਸਿਰ ਲਾਹ ਦਿੱਤਾ। ਮੁੜ ਕੇ ਸਿੰਘਾਂ ਨੇ ਵਜੀਦ ਖਾਂ ਨੂੰ ਘੇਰਿਆ, ਜੰਗ ਕਰਦਾ ਹੋਇਆ ਵੀ ਜ਼ਖਮੀ ਹੋ ਗਿਆ ਅਤੇ ਅੰਤ ਨੂੰ ਮੈਦਾਨੇ ਜੰਗ ਨੂੰ ਛੱਡ ਕੇ ਜਦੋਂ ਕਸੂਰ ਨੂੰ ਭੱਜਣ ਲੱਗਾ ਅਤੇ ਰਾਹ ਵਿੱਚ ਮੌਤ ਹੋ ਗਈ ਉਹਦੀ। ਇਹਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੜ ਇਹਨਾਂ ਇਲਾਕਿਆਂ ਵਿੱਚ ਕਬਜ਼ਾ ਕੀਤਾ ਅਤੇ ਦੁਸ਼ਟਾਂ ਨੂੰ ਸੋਧਾ ਲਾਇਆ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ 3 ਫੌਜਦਾਰ ਮਾਰ ਦਿੱਤੇ, ਉਹਨਾਂ ਦੀ ਹਰ ਪਾਸੇ ਹਰ ਇਲਾਕੇ ਵਿੱਚ ਧਾਂਗ ਪੈ ਗਈ ਅਤੇ ਜਿਹੜੇ ਮਲੇਸ਼ ਸਨ ਬੰਦਾ ਸਿੰਘ ਬਹਾਦਰ ਤੋਂ ਥਰ ਥਰ ਕੰਬਣ ਲੱਗੇ ਹਨ। ਕੋਈ ਵੀ ਤੁਰਕ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਝਾਕ ਨਹੀਂ ਸੀ ਸਕਦਾ, ਕਿਸੇ ਦੀ ਹਿੰਮਤ ਨਹੀਂ ਸੀ। ਬੰਦਾ ਸਿੰਘ ਬਹਾਦਰ ਦਾ ਤੇਜ ਪ੍ਰਤਾਪ ਹੀ ਬਹੁਤ ਜ਼ਿਆਦਾ ਹੈ। ਦਿੱਲੀ ਦੇ ਵਿੱਚ ਇੱਕ ਕਹਾਵਤ ਤੇ ਚਰਚਾ ਛਿੜ ਪਈ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਹੁਣ ਦਿੱਲੀ ਨੂੰ ਆ ਰਹੇ ਆ। ਪੰਜਾਬ ਜਿੱਤ ਲਿਆ, ਕੋਈ ਉਹਦੇ ਸਾਹਮਣੇ ਖਲੋ ਨਹੀਂ ਸਕਦਾ। ਪਹਾੜੀ ਇਲਾਕਾ ਜਿੱਤ ਲਿਆ, ਕਿਸੇ ਦੀ ਹਿੰਮਤ ਨਹੀਂ ਕਿ ਉਹਦਾ ਮੁਕਾਬਲਾ ਕਰ ਸਕੇ। ਹੁਣ ਦਿੱਲੀ 'ਤੇ ਕਬਜ਼ਾ ਕਰਨ ਵਾਸਤੇ ਬੰਦਾ ਸਿੰਘ ਬਹਾਦਰ ਦਿੱਲੀ ਨੂੰ ਆ ਰਿਹਾ ਹੈ। ਜਿਹੜਾ ਲਾਹੌਰ ਦਾ ਸੂਬੇ ਖਾਨ ਸੀਗਾ ਜਾਂ ਉੱਥੋਂ ਦੇ ਲੋਕ ਸਨ, ਉਹ ਇਹ ਕਹਿਣ ਲੱਗ ਪਏ ਕਿ ਬੰਦਾ ਸਿੰਘ ਬਹਾਦਰ ਲਾਹੌਰ 'ਤੇ ਕਬਜ਼ਾ ਕਰਨ ਵਾਸਤੇ ਆ ਰਿਹਾ ਹੈ। ਕਸ਼ਮੀਰ ਵਾਲੇ ਕਹਿੰਦੇ ਕਸ਼ਮੀਰ 'ਤੇ ਕਬਜ਼ਾ ਕਰਨ ਆ ਰਹੇ ਆ। ਜਿਹੜੇ ਮੁਲਤਾਨ ਵਿੱਚ ਰਹਿੰਦੇ ਸਨ ਉਹ ਕਹਿੰਦੇ ਵੀ ਬੰਦਾ ਸਿੰਘ ਮੁਲਤਾਨ 'ਤੇ ਕਬਜ਼ਾ ਕਰਨ ਵਾਸਤੇ ਆ ਰਿਹਾ ਹੈ। ਇੱਧਰ ਜਿਹੜਾ ਬਾਦਸ਼ਾਹ ਫਰਖਸ਼ੀਰ ਸੀ, ਉਹਨੇ ਆਪਣੇ ਵਜ਼ੀਰਾਂ ਨੂੰ ਸੱਦ ਲਿਆ ਅਤੇ ਉਹਨਾਂ ਕੋਲੋਂ ਸਲਾਹ ਪੁੱਛਣ ਲੱਗਾ ਹੈ। ਬਾਦਸ਼ਾਹ ਨੇ ਆਪਣਾ ਦੀਵਾਨ ਸਜਾਇਆ, ਆਪਣੇ ਵਜ਼ੀਰ ਮੰਤਰੀ ਆਦਿਕ ਸਾਰੇ ਸੱਦ ਲਏ ਹਨ। ਉਹਨਾਂ ਨੇ ਸ਼ਮਸ਼ੀਰ ਉੱਤੇ ਤਲਵਾਰ ਤੇ ਪਾਨ ਦਾ ਬੀੜਾ ਰੱਖਿਆ। ਇੱਕ ਆਮ ਕਰਕੇ ਕਹਾਵਤ ਹੈ, ਅਸੀਂ ਕਹਿ ਦਿੰਦੇ ਹਾਂ ਜੀ ਫਲਾਣੇ ਨੇ ਬੀੜਾ ਚੁੱਕ ਲਿਆ ਇਹ ਕੰਮ ਕਰਨ ਦਾ, ਔਰ ਇਹ ਸ਼ਬਦ ਸਾਡੇ ਪ੍ਰਚਾਰਕ ਵੀ ਵਰਤਣ ਲੱਗ ਪਏ ਵੀ ਸਿੰਘਾਂ ਨੇ ਬੀੜਾ ਚੁੱਕ ਲਿਆ ਜਾਂ ਗੁਰੂ ਸਾਹਿਬ ਨੇ ਬੀੜਾ ਚੁੱਕ ਲਿਆ ਫਲਾਣੇ ਨੂੰ ਸੋਧਣ ਦਾ। ਇਹਦਾ ਮਤਲਬ ਕੀ ਹੈ? ਅਸਲ ਵਿੱਚ ਇਹ ਸਾਡੀ ਰੀਤ, ਸਾਡੀ ਮਰਿਆਦਾ ਹੈ ਹੀ ਨਹੀਂ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਨੂੰ ਸੋਧਾ ਲਾਣਾ ਹੁੰਦਾ ਸੀ ਤੇ ਜਿਹੜੇ ਬਾਦਸ਼ਾਹ ਹੁੰਦੇ ਸਨ ਉਹ ਤਲਵਾਰ ਦੇ ਉੱਤੇ ਨਾ ਤੰਬਾਕੂ ਪਾਨ ਦਾ ਜਿਹੜਾ ਬੀੜਾ ਹੁੰਦਾ ਸੀ ਉਹ ਰੱਖ ਦਿੰਦੇ ਸਨ ਕਿ ਜਿਹੜਾ ਵੀ ਇਸ ਮੁਹਿੰਮ 'ਤੇ ਜਾ ਕੇ ਇਹਨੂੰ ਸਰ ਕਰੇਗਾ, ਫਤਿਹ ਕਰੇਗਾ, ਉਹ ਪਾਨ ਦਾ ਬੀੜਾ ਚੁੱਕ ਕੇ ਮੂੰਹ 'ਚ ਪਾ ਲਏ। ਕਿ ਇਹ ਸਾਡੀ ਮਰਿਆਦਾ ਹੈ?
ਤੰਬਾਕੂ ਵਰਤਣਾ ਇਹ ਤਾਂ ਖਾਲਸੇ ਪੰਥ ਵਿੱਚ ਬੱਜਰ ਕੁਰੈਤ ਹੈ। ਤੇ ਅਸੀਂ ਭੋਲੇ ਭਾ ਉਹਨਾਂ ਦੇ ਸ਼ਬਦ ਗੁਰੂ ਸਾਹਿਬ ਵਾਸਤੇ ਜਾਂ ਸਿੰਘਾਂ ਵਾਸਤੇ ਵਰਤਣ ਲੱਗ ਪੈਨੇ ਆ ਵੀ ਸਿੰਘਾਂ ਨੇ ਜਾਂ ਗੁਰੂ ਸਾਹਿਬ ਨੇ ਬੀੜਾ ਚੁੱਕ ਲਿਆ। ਬੀੜਾ ਚੁੱਕਣਾ ਸਾਡੀ ਮਰਿਆਦਾ ਨਹੀਂ। ਬੀੜਾ ਚੁੱਕਣਾ ਤੁਰਕਾਂ ਦੀ ਰੀਤ ਸੀ, ਉਹ ਵਰਤਦੇ ਸਨ ਇਸ ਰੀਤ ਨੂੰ। ਇਸ ਕਰਕੇ ਇਹਨਾਂ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਗਿਆਨ ਨਾ ਹੋਣ ਕਰਕੇ ਅਗਿਆਨਤਾ ਦੇ ਵਿੱਚ ਆਪਾਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਖੈਰ ਫਰਕਸ਼ੀਅਰ ਬਾਦਸ਼ਾਹ ਨੇ ਸ਼ਮਸ਼ੀਰ ਦੇ ਉੱਤੇ ਤਲਵਾਰ ਤੇ ਪਾਨ ਦਾ ਬੀੜਾ ਰੱਖ ਦਿੱਤਾ ਹੈ। ਦਰਬਾਰ ਦੇ ਵਿੱਚ ਉਹਨੇ ਆਵਾਜ਼ ਮਾਰੀ, ਹੈ ਕੋਈ ਇਹੋ ਜਿਹਾ ਸੂਰਮਾ ਜਿਹੜਾ ਇਸ ਪਾਨ ਦੇ ਬੀੜੇ ਨੂੰ ਚੁੱਕ ਕੇ ਤੇ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਸੋਧਾ ਲਾ ਦੇਵੇ। ਇਹ ਗੱਲ ਸੁਣ ਕੇ ਸਾਰੇ ਤੁਰਕ ਸਾਰੀ ਸਭਾ ਚੁੱਪ ਹੋ ਕੇ ਬਹਿ ਗਈ। ਕਿਸੇ ਨੇ ਉੱਤਰ ਜਵਾਬ ਨਹੀਂ ਦਿੱਤਾ, ਅੱਖਾਂ ਨੀਵੀਆਂ ਕਰ ਲਈਆਂ ਕਿਤੇ ਬਾਦਸ਼ਾਹ ਮੈਨੂੰ ਨਾ ਕਹਿ ਦਏ। ਅੱਖਾਂ ਨੀਵੀਆਂ ਕਰਕੇ ਬਹਿ ਗਏ, ਧਰਤੀ ਖੁਰਚਣ ਲੱਗ ਪਏ ਹਨ। ਬੰਦਾ ਸਿੰਘ ਬਹਾਦਰ ਤੇ ਕੋਈ ਹਮਲਾ ਕਰਨਾ ਨਹੀਂ ਚਾਹੁੰਦਾ, ਸਾਰੇ ਮਰਨ ਤੋਂ ਡਰਦੇ ਨੇ। ਕੌਣ ਜਾਵੇ ਮੌਤ ਦੇ ਮੂੰਹ ਦੇ ਵਿੱਚ ਜਾ ਕੇ ਕਿਹੜਾ ਹੱਥ ਪਾਵੇ, ਇਸ ਤਰ੍ਹਾਂ ਖੌਫ ਖਾਂਦੇ ਨੇ ਬੰਦਾ ਸਿੰਘ ਬਹਾਦਰ ਤੋਂ। ਇਸ ਪ੍ਰਕਾਰ ਖਾਲਸਾ ਜੀ ਤੁਰਕਾਂ ਨੇ ਬਾਤ ਕੀਤੀ ਹੈ। ਤੁਰਕ ਕਹਿਣ ਲੱਗੇ ਕਿ ਬੰਦਾ ਸਿੰਘ ਬਹਾਦਰ ਦੀ ਉਤਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤੀ ਤੇ ਉਹਨੂੰ ਪੰਜਾਬ ਭੇਜਿਆ ਹੈ। ਜਿਹੜੇ ਚੁਗਲਖੋਰ ਕਾਜੀ ਮੁਲਾਣੇ ਵਜ਼ੀਰ ਮੰਤਰੀ ਸੰਤਰੀ ਸਨ, ਇਹ ਗੱਲ ਕਹਿਣ ਲੱਗੇ, ਹੇ ਬਾਦਸ਼ਾਹ ਫਰਕਸ਼ੀਅਰ ਤੂੰ ਦਿੱਲੀ ਵਿੱਚ ਰਹਿਣਾ, ਸਾਡੇ ਸੁਣਨ ਵਿੱਚ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਕਬੀਲਾ ਹੈ ਉਹ ਵੀ ਦਿੱਲੀ ਵਿੱਚ ਹੈ। ਮਹਾਰਾਜ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਦਿੱਲੀ ਰਹੇ। ਮਾਤਾ ਸਾਹਿਬ ਕੌਰ ਜੀ ਨੇ ਪਹਿਲਾਂ ਸਰੀਰ ਤਿਆਗ ਦਿੱਤਾ ਤੇ ਮਾਤਾ ਸੁੰਦਰੀ ਜੀ ਬਹੁਤ ਲੰਮਾ ਸਮਾਂ ਪੰਥ ਦੀ ਅਗਵਾਈ ਕਰਦੇ ਰਹੇ। ਜਿਹੜੇ ਵੱਡੇ ਮਹਿਲ ਸਨ ਮਾਤਾ ਜੀਤੋ ਜੀ, ਉਹਨਾਂ ਨੇ ਆਨੰਦਪੁਰ ਸਾਹਿਬ ਹੀ ਸਰੀਰ ਤਿਆਗ ਦਿੱਤਾ ਸੀਗਾ। ਤੇ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ, ਇਹਨਾਂ ਨੇ ਦਿੱਲੀ ਵਿਖੇ ਸਰੀਰ ਤਿਆਗਿਆ ਸੀ। ਉਸ ਸਮੇਂ ਮਾਤਾ ਸੁੰਦਰੀ ਜੀ ਮੌਜੂਦ ਸਨ ਮੌਕੇ 'ਤੇ। ਇਸ ਕਰਕੇ ਚੁਗਲਖੋਰ ਕਹਿੰਦੇ ਨੇ ਵੀ ਗੁਰੂ ਸਾਹਿਬ ਦਾ ਕਬੀਲਾ, ਭਾਵ ਉਹਨਾਂ ਦਾ ਪਰਿਵਾਰ, ਉਹਨਾਂ ਦੀ ਸੁਪਤਨੀ ਇੱਥੇ ਦਿੱਲੀ ਦੇ ਵਿੱਚ ਰਹਿੰਦੇ ਹਨ। ਇਹ ਉਸ ਗੁਰੂ ਦਾ ਕਬੀਲਾ ਹੈ ਜਿਨ੍ਹਾਂ ਨੇ ਸਾਰਾ ਮੁਲਕ ਨਾਸ਼ ਕਰਵਾ ਦਿੱਤਾ। ਜੋ ਉਹਨਾਂ ਆਪ ਕੀਤਾ ਉਹ ਨਹੀਂ ਸੋਚਿਆ, ਜੋ ਔਰੰਗਜ਼ੇਬ ਨੇ ਕੀਤਾ ਉਹ ਨਹੀਂ ਸੋਚਿਆ। ਸੋਚਦੇ ਕੇਵਲ ਉਹੀ ਪਏ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਪੰਜਾਬ ਉਜਾੜ ਦਿੱਤਾ। ਉਜਾੜਿਆ ਨਹੀਂ ਸੀ, ਵਸਾਇਆ ਸੀ। ਲੋਕਾਂ ਦੀਆਂ ਜ਼ਮੀਨਾਂ ਵਾਪਸ ਦਿੱਤੀਆਂ। ਜਿਹੜੇ ਲੋਕ ਅਤਿਆਚਾਰ ਕਰਦੇ ਸਨ ਉਹਨਾਂ ਨੂੰ ਸੋਧਾ ਲਾਇਆ। ਪਰ ਖੂਨ ਪੀਣ ਵਾਲਿਆਂ ਨੂੰ ਖੂਨ ਪੀਣ ਵਾਲੇ ਪਸੰਦ ਜ਼ਿਆਦਾ ਆਉਂਦੇ ਨੇ। ਉਹਨਾਂ ਨੂੰ ਸੱਚ ਤੇ ਰਾਹ 'ਤੇ ਤੁਰਨ ਵਾਲੇ ਲੋਕ ਚੰਗੇ ਨਹੀਂ ਲੱਗਦੇ। ਇਸ ਕਰਕੇ ਉਹ ਕਹਿਣ ਲੱਗੇ ਕਿ ਉਹਨਾਂ ਨੇ ਸਾਰਾ ਮੁਲਕ ਨਾਸ਼ ਕਰਾ ਦਿੱਤਾ ਹੈ। ਹੁਣ ਇਸ ਤਰ੍ਹਾਂ ਕਰੋ ਕਿ ਤੁਸੀਂ ਮਾਤਾ ਜੀ ਨੂੰ ਜਾ ਕੇ ਬੇਨਤੀ ਕਰੋ, ਮਾਤਾ ਸੁੰਦਰੀ ਜੀ ਨੂੰ, ਤਾਂ ਕਿ ਮਾਤਾ ਜੀ ਆਖਣ ਬੰਦਾ ਸਿੰਘ ਬਹਾਦਰ ਨੂੰ, ਮਨਾ ਕਰ ਦੇਣ ਉਹਨੂੰ ਕਿ ਤੂੰ ਅੱਜ ਤੋਂ ਬਾਅਦ ਜੰਗ ਨਹੀਂ ਕਰਨਾ। ਇਹ ਉਹਨਾਂ ਦੇ ਹੀ ਸਿੱਖ ਨੇ ਤੇ ਮਾਤਾ ਜੀ ਦੁਆਰਾ ਕਹਿ ਕੇ ਬੰਦਾ ਸਿੰਘ ਬਹਾਦਰ ਨੂੰ ਹਟਾ ਦੇਵੋ। ਜੇਕਰ ਮਾਤਾ ਬੰਦਾ ਸਿੰਘ ਬਹਾਦਰ ਨੂੰ ਨਹੀਂ ਰੋਕਣਗੇ ਜੰਗ ਕਰਨ ਤੋਂ ਤੇ ਆਪਾਂ ਮਾਤਾ ਨੂੰ ਕੈਦ ਕਰ ਲਵਾਂਗੇ। ਕੈਦ ਕਰਕੇ ਇੱਥੇ ਆਪਣੀ ਜੇਲ੍ਹ ਦੇ ਵਿੱਚ ਰੱਖ ਲਵਾਂਗੇ। ਇਸ ਤਰ੍ਹਾਂ ਉਹਨਾਂ ਨੂੰ ਦੁੱਖ ਦੇ ਕੇ ਮਨਾ ਲਵਾਂਗੇ। ਮਨਾਉਣਾ ਤਾਂ ਹੈ ਹੀ ਹੈ, ਜੇ ਸਾਡੇ ਆਖੇ ਲੱਗ ਜਾਂਦੇ ਨੇ ਤਾਂ ਵੀ ਠੀਕ ਹੈ, ਨਹੀਂ ਕੈਦ ਕਰਕੇ ਦੁੱਖ ਦੇ ਕੇ ਮਨਾ ਲਵਾਂਗੇ। ਇਸ ਪ੍ਰਕਾਰ ਜਦੋਂ ਫਰਕਸ਼ੀਅਰ ਬਾਦਸ਼ਾਹ ਨੇ ਅਜਿਹੇ ਬਚਨ ਸੁਣੇ ਹਨ, ਫਰਕਸ਼ੀਅਰ ਕਹਿਣ ਲੱਗਾ, ਨਹੀਂ ਮੈਨੂੰ ਇਹ ਗੱਲ ਤੁਹਾਡੀ ਚੰਗੀ ਨਹੀਂ ਲੱਗੀ। ਸਾਡੇ ਸਿਰ ਤੇ ਉਹਨਾਂ ਦਾ ਬਹੁਤ ਵੱਡਾ ਅਹਿਸਾਨ ਹੈ। ਜਿੱਥੇ ਤੁਸੀਂ
ਮਾਤਾ ਨੂੰ ਕਹਿਣ ਦੀ ਗੱਲ ਕਰਦੇ ਹੋ ਉਹ ਪੱਖ ਵੱਖਰਾ ਹੈ, ਪਰ ਜਿੱਥੇ ਮਾਤਾ ਨੂੰ ਕੈਦ ਕਰਨ ਦੀ ਗੱਲ ਕਰਦੇ ਹੋ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ। ਸਾਡਾ ਗੁਰੂ ਘਰ ਦਾ ਸਾਡੇ ਉੱਪਰ ਬੜਾ ਅਹਿਸਾਨ ਤੇ ਅਸੀਂ ਸਦਾ ਅਹਿਸਾਨਮੰਦ ਰਹਾਂਗੇ, ਕਿਉਂਕਿ ਇਹ ਜਿਹੜੀ ਪਾਤਸ਼ਾਹੀ ਹੈ ਨਾ ਹਿੰਦੁਸਤਾਨ ਦੀ, ਉਸੇ ਹੀ ਘਰ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ੀ ਹੈ। ਬਾਦਸ਼ਾਹ ਫਰਖਸ਼ੀਅਰ ਨੇ ਭਾਈ ਨੰਦ ਲਾਲ ਜੀ ਨੂੰ ਆਪਣੇ ਪਾਸ ਬੁਲਾਇਆ ਹੈ। ਫਰਖਸ਼ੀਅਰ ਬਾਦਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਇਹ ਸਾਰੀ ਗੱਲ ਸਮਝਾਈ ਹੈ ਕਿ ਤੁਸੀਂ ਮਾਤਾ ਜੀ ਦੇ ਪਾਸ ਜਾਓ ਤੇ ਸਾਡੇ ਵੱਲੋਂ ਇੱਕ ਪੱਤਰ ਲੈ ਕੇ ਜਾਵੋ। ਸਾਡੇ ਵੱਲੋਂ ਹੱਥ ਜੋੜ ਕੇ ਤੁਸੀਂ ਮਾਤਾ ਜੀ ਦੇ ਪਾਸ ਅਰਦਾਸ ਕਰਨੀ ਹੈ ਕਿ ਜਿਹੜਾ ਕੰਮ ਕਰਨ ਵਾਸਤੇ ਬੰਦੇ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਭੇਜਿਆ ਸੀ, ਬੰਦੇ ਬਹਾਦਰ ਨੇ ਉਹ ਕੰਮ ਕਰ ਦਿੱਤਾ ਹੈ। ਸਾਹਿਬਜ਼ਾਦਿਆਂ ਦਾ ਬਦਲਾ ਲੈ ਲਿਆ, ਜਿਹੜੇ ਦੋਸ਼ੀ ਸਨ ਉਹਨਾਂ ਸਾਰਿਆਂ ਨੂੰ ਸਜ਼ਾਵਾਂ ਦੇ ਦਿੱਤੀਆਂ ਨੇ, ਸੋਧਾ ਲਾ ਦਿੱਤਾ ਹੈ। ਜਿਹੜੇ ਪਰਬਤੀ ਰਾਜੇ ਭੀਮ ਚੰਦ ਵਰਗੇ ਸਨ ਉਹਨਾਂ ਨੂੰ ਵੀ ਸਜ਼ਾਵਾਂ ਦੇ ਦਿੱਤੀਆਂ ਨੇ। ਸਭ ਨੇ ਆਪਣੀ ਕੀਤੀ ਦਾ ਫਲ ਪ੍ਰਾਪਤ ਕਰ ਲਿਆ ਹੈ। ਖੈਰ ਉਹਨਾਂ ਜੋ ਕੀਤਾ ਉਹਨਾਂ ਨੇ ਪ੍ਰਾਪਤ ਕਰ ਲਿਆ। ਵਜੀਦ ਖਾਨ ਨੇ ਪਾਪ ਕੀਤਾ, ਉਹਨੂੰ ਸਜ਼ਾ ਮਿਲ ਗਈ। ਭੀਮ ਚੰਦ ਨੇ ਮਾੜਾ ਕੀਤਾ, ਉਹਨੂੰ ਸਜ਼ਾ ਮਿਲ ਗਈ ਹੈ। ਮਾਤਾ ਜੀ ਸਾਡੇ ਵੱਲੋਂ ਬੇਨਤੀ ਹੈ, ਤੁਸੀਂ ਕਿਰਪਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਕੋਲ ਦਿੱਲੀ ਬੁਲਾ ਲਵੋ। ਅਸੀਂ ਇਸ ਤਰ੍ਹਾਂ ਕਰਾਂਗੇ, ਬੰਦਾ ਸਿੰਘ ਬਹਾਦਰ ਦੇ ਨਾਂ ਕੋਈ ਜਗੀਰ ਲਾ ਦੇਵਾਂਗੇ। ਜਦੋਂ ਇੱਥੇ ਆਵੇਗਾ ਉਹਦੇ ਨਾਂ ਕੋਈ ਜਗੀਰ ਲਾ ਦੇਵਾਂਗੇ, ਉਹ ਆਪਣਾ ਕਰਕੇ ਖਾਵੇਗਾ, ਉਹਦੇ ਪਾਸ ਵੀ ਆਪਣਾ ਰਾਜ ਹੋਵੇਗਾ। ਹੁਣ ਜਦੋਂ ਬਾਦਸ਼ਾਹ ਜਗੀਰ ਲਾਵੇ, ਅਧੀਨਗੀ ਤਾਂ ਬਾਦਸ਼ਾਹ ਦੀ ਹੁੰਦੀ ਹੈ ਨਾ, ਭਾਵੇਂ ਬਾਦਸ਼ਾਹ ਨੇ ਜਗੀਰ ਲਾ ਦਿੱਤੀ ਹੈ, ਮੰਨਣਾ ਤਾਂ ਬਾਦਸ਼ਾਹ ਨੂੰ ਪੈਣਾ ਨਾ। ਇਸ ਕਰਕੇ ਫਰਖਸ਼ੀਅਰ ਨੇ ਆਖਿਆ ਮੈਂ ਜਗੀਰਾ ਲਾ ਦਿਆਂਗਾ, ਸਭ ਕੁਝ ਦੇ ਦਿਆਂਗਾ, ਤੇ ਪਰ ਮੇਰੇ ਵੱਲੋਂ ਬੰਦਾ ਸਿੰਘ ਨੂੰ ਇਹ ਕਹਿ ਦਿਓ ਵੀ ਹੁਣ ਸ਼ਾਂਤੀ ਬਖਸ਼ਦਾ ਹੈ ਪੰਜਾਬ ਦੇ ਵਿੱਚ, ਤੇ ਜੰਗ ਕਰਨਾ ਬੰਦ ਕਰ ਦੇਵੇ, ਤੁਰਕਾਂ ਨੂੰ ਮਲੇਸ਼ੀਆ ਨੂੰ ਮਾਰਨਾ ਬੰਦ ਕਰ ਦੇਵੇ। ਬਾਕੀ ਜਿਹੜੇ ਪਰਬਤੀ ਲੋਕ ਨੇ ਮੈਂ ਵੀ ਚਿੱਠੀਆਂ ਭੇਜ ਦੇਣਾ, ਉਹ ਸਾਰੇ ਪਰਬਤੀ ਬੰਦਾ ਸਿੰਘ ਬਹਾਦਰ ਦੇ ਨਾਲ ਦਿੱਲੀ ਚੱਲ ਕੇ ਆਵਣਗੇ, ਤੇ ਮੈਂ ਆਪ ਤੁਹਾਡੀ ਗੱਲ ਉਹਨਾਂ ਨਾਲ ਕਰਾ ਦਿਆਂਗਾ, ਪਰਬਤੀਆਂ ਦੇ ਨਾਲ ਤੁਹਾਡਾ ਰਾਜ ਹੋਵੇਗਾ। ਮੈਂ ਸਾਰੀ ਆਪਸ ਵਿੱਚ ਤੁਹਾਡੀ ਸੁਲ੍ਹਾ ਕਰਾ ਦਿਆਂਗਾ। ਇਹੋ ਜੀਆਂ ਗੱਲਾਂ ਜਿਹੜੀਆਂ ਸਨ ਫਰਖਸ਼ੀਅਰ ਬਾਦਸ਼ਾਹ ਨੇ ਆਖੀਆਂ, ਉਹਨੇ ਸੋਚਿਆ ਵੀ ਇਹਨਾਂ ਗੱਲਾਂ ਦੀ ਲਪੇਟ ਵਿੱਚ ਮੈਂ ਮਾਤਾ ਜੀ ਨੂੰ ਲੈ ਲਵਾਂਗਾ। ਇਹ ਜਦੋਂ ਬਚਨ ਮਾਤਾ ਸੁੰਦਰੀ ਜੀ ਨੇ ਸੁਣੇ ਨੇ ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਹੈ। ਮਾਤਾ ਜੀ ਕਹਿਣ ਲੱਗੇ ਬਾਦਸ਼ਾਹ ਉਹ ਸਾਡੀ ਗੱਲ ਕਿੱਥੇ ਮੰਨਦਾ ਹੈ, ਉਹ ਹੁਣ ਆਪਣੀ ਮਰਜ਼ੀ ਕਰ ਰਿਹਾ। ਵਾਕਿਆ ਬੰਦਾ ਸਿੰਘ ਬਹਾਦਰ ਮਰਜ਼ੀ ਕਰ ਰਿਹਾ ਸੀ, ਅੱਗੇ ਜਾ ਕੇ ਉਹ ਸਾਰਾ ਪ੍ਰਸੰਗ ਖੁੱਲ ਜਾਏਗਾ। ਉਹ ਆਪਣੀਆਂ ਫੌਜਾਂ ਰੱਖਦਾ, ਆਪਣੀ ਮਰਜ਼ੀ ਨਾਲ ਚੱਲਦਾ ਹੈ। ਜੇ ਅਸੀਂ ਉਹਨੂੰ ਕੁਝ ਕਹਾਂਗੇ ਉਹਨੇ ਸਾਡੀ ਗੱਲ ਨਹੀਂ ਮੰਨਣੀ। ਜੇ ਅਸੀਂ ਉਹਨੂੰ ਸੱਦ ਲਈਏ ਨਾ ਕਿ ਤੂੰ ਦਿੱਲੀ ਆ ਜਾ, ਉਹ ਨਹੀਂ ਆਏਗਾ। ਸ਼ਬਦ ਕੀ ਵਰਤਿਆ ਮਾਤਾ ਜੀ ਨੇ, ਪਾਤਸ਼ਾਹੀ ਚੋਰ। ਉਹ ਗੁਰੂ ਘਰ ਦਾ ਚੋਰ ਹੈ। ਚੋਰ ਇਸ ਕਰਕੇ ਹੈ ਕਿਉਂਕਿ ਗੁਰੂ ਹੋਣ ਦਾ ਦਾਅਵਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਖਾਲਸੇ ਨੂੰ ਤੰਗ ਕਰਦਾ ਸੀਗਾ, ਸਿੰਘ ਬੜੇ ਔਖੇ ਸਨ, ਮਾਤਾ ਜੀ ਕੋਲ ਸ਼ਿਕਾਇਤਾਂ ਵੀ ਪਹੁੰਚ ਰਹੀਆਂ ਸਨ, ਪਰ ਬੰਦਾ ਬਹਾਦਰ ਕਿਸੇ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਸੀ। ਮਾਤਾ ਜੀ ਕਹਿਣ ਲੱਗੇ ਬਾਦਸ਼ਾਹ ਜੇ ਤੂੰ ਸੋਚੇ ਨਾ ਕਿ ਸਾਡੇ ਕਹਿਣ ਦੇ ਨਾਲ ਉਹ ਇੱਥੇ ਆ ਜਾਏਗਾ, ਇੱਦਾਂ ਨਹੀਂ, ਉਹ ਬਿਨਾਂ ਫੜਿਆ ਨਹੀਂ ਇੱਥੇ ਆਉਣਾ। ਇਹ ਬਚਨ ਜਦੋਂ ਮਾਤਾ ਜੀ ਨੇ ਭਾਈ ਨੰਦ ਲਾਲ ਜੀ ਨੂੰ ਆਖੇ ਨਾ ਵੀ ਤੂੰ ਜਾ ਕੇ ਬਾਦਸ਼ਾਹ ਨੂੰ ਇਹ ਬਚਨ ਕਹਿ ਦੇ, ਭਾਈ ਨੰਦ ਲਾਲ ਜੀ ਨੇ ਅੱਗੋਂ ਮਾਤਾ ਜੀ ਨੂੰ ਬੇਨਤੀ ਕੀਤੀ ਹੈ। ਭਾਈ ਸਾਹਿਬ ਕਹਿੰਦੇ ਮਾਤਾ ਜੀ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਬੰਦੇ ਬਹਾਦਰ ਨੂੰ ਇੱਕ ਵਾਰੀ ਜ਼ਰੂਰ ਆਖ ਦਿਓ
ਮੰਨੇ ਨਾ ਮੰਨੇ ਉਹਦੀ ਮਰਜ਼ੀ ਹੈ, ਪਰ ਤੁਸੀਂ ਸਾਡੀ ਬੇਨਤੀ ਮੰਨ ਕੇ ਇੱਕ ਵਾਰੀ ਬੰਦਾ ਬਹਾਦਰ ਨੂੰ ਚਿੱਠੀ ਜ਼ਰੂਰ ਲਿਖ ਦੇਵੋ। ਮੰਨੈ ਨਾਹੀ ਜੋ ਤੁਮਰੀ ਬਾਤ, ਜੇ ਬੰਦਾ ਬਹਾਦਰ ਤੁਹਾਡੀ ਗੱਲ ਨਹੀਂ ਮੰਨੇਗਾ, ਜਿਸ ਜਾਏ ਜਿਸ ਕੀ ਕਰਾਮਾਤ, ਮਾਤਾ ਜੀ ਤੁਹਾਡੇ ਬਚਨ ਨਾ ਮੰਨਣ ਕਰਕੇ ਨਾ ਉਹਦੀ ਕਰਾਮਾਤ ਸਾਰੀ ਨਸ਼ਟ ਹੋ ਜਾਵੇਗੀ। ਜੋ ਨ ਲਿਖੋ ਸੋ ਸ਼ਾਇਰ ਸਾਵੈ, ਜੇ ਤੁਸੀਂ ਨਹੀਂ ਚਿੱਠੀ ਲਿਖੋਗੇ ਬਾਦਸ਼ਾਹ ਵੀ ਇੱਧਰੋਂ ਗੁੱਸਾ ਕਰੇਗਾ। ਬਾਦਸ਼ਾਹ ਨੇ ਤੁਹਾਨੂੰ ਬੇਨਤੀ ਕੀਤੀ ਹੈ, ਤੁਸੀਂ ਚਿੱਠੀ ਲਿਖ ਦਿਓ ਬੰਦਾ ਸਿੰਘ ਬਹਾਦਰ ਨੂੰ। ਸ਼ਿਕਾਇਤਾਂ ਤਾਂ ਉਹਦੀਆਂ ਪਹਿਲਾਂ ਵੀ ਆ ਰਹੀਆਂ ਨੇ, ਤੇ ਕਿਰਪਾ ਕਰਕੇ ਹੁਣ ਵੀ ਚਿੱਠੀ ਲਿਖ ਕੇ ਉਹਨੂੰ ਥੋੜਾ ਸਮਝਾ ਦੇਵੋ। ਬਹੁ ਜਾਣੈ ਜਿਨ ਸਰਜਿਓ ਆਵੈ, ਬਾਦਸ਼ਾਹ ਇਹ ਸੋਚਦਾ ਹੈ ਕਿ ਜੇ ਮਾਤਾ ਜੀ ਚਿੱਠੀ ਲਿਖ ਦੇਣ ਤੇ ਬੰਦਾ ਬਹਾਦਰ ਇੱਥੇ ਦਿੱਲੀ ਜ਼ਰੂਰ ਆ ਜਾਵੇਗਾ। ਲਿਖ ਭੇਜੋ ਆਪਣੀ ਔਰ, ਤੁਸੀਂ ਕਿਰਪਾ ਕਰਕੇ ਆਪਣੇ ਵੱਲੋਂ ਇੱਕ ਚਿੱਠੀ ਲਿਖ ਕੇ ਦਿੱਲੀ ਤੋਂ ਬੰਦੇ ਸਿੰਘ ਬਹਾਦਰ ਤੱਕ ਪਹੁੰਚਾ ਦੇਵੋ। ਮੰਨੈ ਨਾ ਮੰਨੈ ਰਹੇ ਆਪਣੇ ਜੋਰ, ਮਾਤਾ ਜੀ ਇਹ ਉਹਦਾ ਆਪਣਾ ਜ਼ੋਰ ਹੋਵੇਗਾ ਕਿ ਉਹਨੇ ਤੁਹਾਡੀ ਗੱਲ ਮੰਨਣੀ ਹੈ ਜਾਂ ਨਹੀਂ ਮੰਨਣੀ, ਉਹਦੀ ਆਪਣੀ ਮਰਜ਼ੀ ਹੋਵੇਗੀ। ਤੁਮੇ ਆਪਣੀ ਸੁਰਖਰੋਈ ਕਰੋ, ਕਿਰਪਾ ਕਰਕੇ ਤੁਸੀਂ ਇੱਕ ਚਿੱਠੀ ਲਿਖ ਕੇ ਨਾ ਆਪਣੇ ਵੱਲੋਂ ਸੁਰਖਰੂ ਹੋ ਜਾਓ, ਆਪਣਾ ਫਰਜ਼ ਨਿਭਾ ਦਿਓ। ਭਾਵੇਂ ਮੰਨੇ ਭਾਵੇਂ ਬਹੁ ਡਰੋ, ਭਾਵੇਂ ਬੰਦਾ ਸਿੰਘ ਬਹਾਦਰ ਤੁਹਾਡੀ ਗੱਲ ਮੰਨ ਲਏ ਤੇ ਭਾਵੇਂ ਉਹ ਲੜਨ ਲੱਗੇ ਤੁਰਕਾਂ ਦੇ ਨਾਲ, ਭਾਵ ਜੰਗ ਕਰੇ, ਇਹ ਉਹਦੀ ਮਰਜ਼ੀ ਹੋਵੇਗੀ। ਓ ਮਾਤਾ ਨੰਦ ਲਾਲ ਹੈ ਭਾਕੇ, ਸਾਧ ਸੰਗਤ ਜੀ, ਮਾਤਾ ਜੀ ਨੇ ਉਸੇ ਵਕਤ ਭਾਈ ਨੰਦ ਲਾਲ ਜੀ ਨੂੰ ਇਹ ਬਚਨ ਆਖੇ ਹਨ। ਭੇਜੋ ਹਮ ਨਾਮੇ ਰਾਖੀ, ਮਾਤਾ ਜੀ ਕਹਿਣ ਲੱਗੇ, ਨੰਦ ਲਾਲ ਜੀ ਸਾਡੇ ਨਾਮ ਦੇ ਹੇਠਾਂ ਨੇ ਇੱਕ ਚਿੱਠੀ ਲਿਖ ਕੇ ਤੇ ਬੰਦੇ ਬਹਾਦਰ ਨੂੰ ਭੇਜ ਦੇਵੋ। ਮਾਤਾ ਕਰਿਓ ਆਪ ਤੂੰ ਲਿਖ ਦੇ, ਮਾਤਾ ਸੁੰਦਰੀ ਜੀ ਕਹਿੰਦੇ ਨੇ ਕਿ ਸਾਡੇ ਵੱਲੋਂ ਇਹ ਬਚਨ, ਇਹ ਚਿੱਠੀ ਲਿਖ ਕੇ ਭੇਜ ਦਿਓ, ਹੋਰ ਗੁਰੂ ਕੀ ਤੂੰ ਲਾ ਦੇ, ਤੇ ਜਿਹੜੀ ਗੁਰੂ ਘਰ ਦੀ ਮੋਹਰ ਹੈ ਨਾ ਉਹ ਚਿੱਠੀ ਤੇ ਲਾ ਕੇ ਭੇਜ ਦੇਣਾ, ਤਾਂ ਕਿ ਬੰਦੇ ਬਹਾਦਰ ਨੂੰ ਪਤਾ ਲੱਗ ਜਾਏ ਕਿ ਇਹ ਚਿੱਠੀ ਗੁਰੂ ਘਰ ਵੱਲੋਂ ਆਈ ਹੈ। ਕਿਉਂਕਿ ਕੀਨ ਭਾਈ ਨੰਦ ਲਾਲ, ਭਾਈ ਨੰਦ ਲਾਲ ਜੀ ਨੇ ਇਸੇ ਤਰ੍ਹਾਂ ਕੀਤਾ। ਯਾਦ ਰਹੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ ਬਹੁਤ ਲੰਮਾ ਸਮਾਂ ਪੰਥ ਦੀ ਅਗਵਾਈ ਕੀਤੀ ਹੈ। ਦਿੱਲੀ ਵਿਖੇ ਮਾਤਾ ਜੀ ਰਹਿੰਦੇ ਰਹੇ ਤੇ ਪੰਥ ਦੀ ਹਰ ਮੁਸੀਬਤ ਵਿੱਚ ਉਹ ਮਦਦ ਕਰਦੇ ਰਹੇ, ਪੰਥ ਨੂੰ ਹੁਕਮ ਕਰਦੇ ਰਹੇ, ਤੇ ਸਾਰਾ ਪੰਥ ਮਾਤਾ ਜੀ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਸੀਗਾ। ਕਦੇ ਵੀ ਪੰਥ ਮਾਤਾ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਸੀ ਕਰਦਾ। ਜੋ ਵੀ ਹੁਕਮ ਹੁੰਦਾ ਸੀ ਉਹ ਸਿਰ ਮੱਥੇ ਮੰਨਦੇ ਸਨ। ਜਦੋਂ ਵੀ ਕੋਈ ਮੁਸੀਬਤ ਹੋਣੀ ਤੇ ਸਿੰਘਾਂ ਨੇ ਮਾਤਾ ਜੀ ਨੂੰ ਚਿੱਠੀ ਪਾ ਦੇਣੀ, ਬੇਨਤੀਆਂ ਕਰਨੀਆਂ। ਤੇ ਸਾਧ ਸੰਗਤ ਜੀ, ਇਸ ਪ੍ਰਕਾਰ ਉਹਨਾਂ ਸਮਿਆਂ ਵਿੱਚ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ 61 ਜੀ ਕਹਿਣੇ ਸੌਖੇ ਨੇ, ਸ਼ਹੀਦ ਹੋਏ ਧਰਮ ਯੁੱਧ ਮੋਰਚੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਉਹਨਾਂ ਨੇ ਆਪਣਾ ਸਰੀਰ ਜਿਹੜਾ ਸੀ ਉਹ ਮੈਦਾਨੇ ਜੰਗ ਵਿੱਚ ਜਾ ਕਰਕੇ ਬਲੀਦਾਨ ਦਿੱਤਾ ਉਹਨਾਂ ਨੇ ਆਪਣਾ। ਭਾਈ ਮਨੀ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਉਸ ਸਮੇਂ। ਮਾਤਾ ਜੀ ਹਮੇਸ਼ਾ ਹੀ ਉਹਨਾਂ ਨੂੰ ਚਿੱਠੀਆਂ ਭੇਜਦੇ ਸਨ, ਪੰਥ ਦੀ ਅਗਵਾਈ ਮਾਤਾ ਜੀ ਕਰਦੇ ਸਨ। ਇਸ ਸਮੇਂ ਦੌਰਾਨ ਇੱਕ ਘਟਨਾ ਵੀ ਵਾਪਰੀ, ਅੱਗੇ ਜਾ ਕੇ ਮੈਂ ਸਾਂਝੀ ਕਰਾਂਗਾ। ਸੋ ਮਾਤਾ ਸੁੰਦਰੀ ਜੀ ਨੇ ਭਾਈ ਨੰਦ ਲਾਲ ਜੀ ਨੂੰ ਜੋ ਹੁਕਮ ਦਿੱਤਾ, ਭਾਈ ਨੰਦ ਲਾਲ ਜੀ ਨੇ ਉਹ ਸਾਰਾ ਹੁਕਮ ਇੱਕ ਚਿੱਠੀ ਦੇ ਰੂਪ ਵਿੱਚ ਲਿਖਿਆ ਹੈ। ਜੋ ਵੀ ਬਾਦਸ਼ਾਹ ਦੇ ਸਵਾਲ ਸਨ, ਜੋ ਬਾਦਸ਼ਾਹ ਕਹਿਣਾ ਚਾਹੁੰਦਾ ਸੀ ਮਾਤਾ ਜੀ ਦੁਆਰਾ, ਉਹ ਚਿੱਠੀ ਵਿੱਚ ਲਿਖ ਦਿੱਤੇ ਗਏ। ਅੱਜ ਵੀ ਮਾਤਾ ਸੁੰਦਰੀ ਜੀ ਦੇ ਹੁਕਮਨਾਮੇ ਜਿਹੜੇ ਮੌਜੂਦ ਨੇ, ਜੋ ਮਾਤਾ ਸੁੰਦਰੀ ਜੀ ਨੇ ਪੰਥ ਨੂੰ ਲਿਖ ਕੇ ਭੇਜਿਆ, ਜਾਂ ਭਾਈ ਮਨੀ ਸਿੰਘ ਜੀ ਨੂੰ ਚਿੱਠੀਆਂ ਪਾਈਆਂ, ਜਾਂ ਹੋਰ ਇਲਾਕੇ ਵਿੱਚ ਚਿੱਠੀਆਂ ਪਾਈਆਂ, ਤੇ ਜੋ ਚਿੱਠੀਆਂ ਮਾਤਾ ਜੀ ਪਾਸ ਆਈਆਂ ਅੱਜ ਵੀ ਉਹ ਪੰਥ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਸ ਤਰ੍ਹਾਂ ਤੁਰੰਤ ਹੀ ਗੁਰੂ ਕਾ ਜੋ ਹੁਕਮ ਸੀਗਾ, ਭਾਈ ਨੰਦ ਲਾਲ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜ ਦਿੱਤਾ ਹੈ। ਇੱਕ ਸਿੱਖ ਉਹ ਚਿੱਠੀ ਲੈ ਕੇ ਪੰਜਾਬ ਦੇ ਵਿੱਚ ਬੜੀ ਛੇਤੀ ਨਾਲ ਬਾਬਾ ਬੰਦਾ ਬਹਾਦਰ ਦੇ ਪਾਸ ਪਹੁੰਚ ਗਿਆ ਹੈ। ਬਾਬਾ ਬੰਦਾ ਬਹਾਦਰ ਜਦੋਂ ਚਿੱਠੀ ਸੁਣਦਾ ਨਾ, ਆਖਣ ਲੱਗਾ ਵੀ ਇਹ ਔਰਤ ਦੀ ਕੀ ਗੱਲ ਆਖਾਂ। ਆਖਣ ਲੱਗਾ ਤੁਸੀਂ ਇਹ ਕਹਿੰਦੇ ਹੋ ਮੈਂ ਦਿੱਲੀ ਆ ਜਾਵਾਂ, ਜੇ ਮੈਂ ਤੁਰਕਾਂ ਦੇ ਹੱਥ ਲੱਗ ਗਿਆ ਨਾ
ਤੇ ਕਹਿੰਦੇ ਫਿਰ ਉਹ ਮੈਨੂੰ ਛੱਡਣਗੇ ਨਹੀਂ। ਮਾਤਾ ਜੀ ਨੂੰ ਉਹਨੇ ਅਪਸ਼ਬਦ ਬੋਲੇ ਬੰਦੇ ਬਹਾਦਰ ਨੇ, ਤੁਸੀਂ ਕਹਿੰਦੇ ਹੋ ਦਿੱਲੀ ਆਵਾਂ, ਜੇ ਦਿੱਲੀ ਆ ਗਿਆ ਤੇ ਤੁਰ ਕੇ ਮੈਨੂੰ ਛੱਡਣਗੇ ਨਹੀਂ, ਮਾਰ ਦੇਣਗੇ, ਮੇਰਾ ਨਾਮ ਨਿਸ਼ਾਨ ਮੇਟ ਦੇਣਗੇ। ਜੋ ਉੱਤਰ ਬੰਦੇ ਬਹਾਦਰ ਨੇ ਦਿੱਤਾ ਉਹ ਇਸੇ ਤਰ੍ਹਾਂ ਫਰਕਸ਼ਰ ਬਾਦਸ਼ਾਹ ਨੂੰ ਭੇਜਿਆ ਗਿਆ। ਬਾਦਸ਼ਾਹ ਨੇ ਆਪਣੀ ਸਭਾ ਲਗਾ ਲਈ ਤੇ ਜੋ ਬੰਦੇ ਬਹਾਦਰ ਵੱਲੋਂ ਪੱਤਰ ਆਇਆ ਸੀ ਦਿੱਲੀ ਨੂੰ, ਉਹ ਸੁਨੇਹਾ ਲੈ ਕੇ ਭਾਈ ਨੰਦ ਲਾਲ ਜੀ ਗਏ ਤੇ ਉਹਨਾਂ ਨੇ ਸਭਾ ਵਿੱਚ ਉਹ ਸਾਰੀ ਗੱਲ ਸੁਣਾ ਦਿੱਤੀ ਹੈ। ਬੰਦਾ ਬਹਾਦਰ ਕਹਿਣ ਲੱਗਾ, ਮਾਤਾ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਮੈਂ ਗੁਰੂ ਘਰ ਦਾ ਸਿੱਖ ਹਾਂ, ਨਹੀਂ ਮੈਂ ਦਾਅਵਾ ਕਰਦਾ ਮੈਂ ਤੁਹਾਡਾ ਸਿੱਖ ਹੀ ਕੋਈ ਨਹੀਂ, ਮੈਂ ਨਹੀਂ ਤੁਹਾਡਾ ਸਿੱਖ, ਇਹ ਤੁਹਾਡੇ ਮਨ ਦਾ ਭੁਲੇਖਾ, ਤੁਸੀਂ ਸਮਝਦੇ ਹੋਵੋਗੇ ਮੈਂ ਤੁਹਾਡਾ ਸਿੱਖ ਹਾਂ। ਮੈਂ ਤਾਂ ਬੈਰਾਗੀ ਵੈਸ਼ਨੂੰ ਸਾਧ ਹਾਂ ਜਿਹੜਾ ਪਹਿਲਾਂ ਸੀ, ਇਸ ਕਰਕੇ ਭੁਲੇਖਾ ਕੱਢ ਦਿਓ ਕਿ ਮੈਂ ਕੋਈ ਸਿੱਖ ਹਾਂ। ਸਾਡਾ ਤੇ ਤੁਹਾਡਾ ਜਿਹੜਾ ਮੇਲ ਹੈ ਬਸ ਇੰਨਾ ਹੀ ਕੀ ਸੀ ਕਿ ਮੈਂ ਹਜੂਰ ਸਾਹਿਬ ਤੋਂ ਨੰਦੇੜ ਤੋਂ ਚੱਲ ਕੇ ਪੰਜਾਬ ਆਇਆ ਤੇ ਪੰਜਾਬ ਦੇ ਵਿੱਚ ਇੱਥੇ ਆ ਕੇ ਮੱਲਾਂ ਮਾਰੀਆਂ, ਬਸ ਇੱਥੋਂ ਤਾਈਂ ਮੇਲ ਸੀ। ਅੱਜ ਤੋਂ ਬਾਅਦ ਮੈਂ ਤੁਹਾਡਾ ਸਿੱਖ ਨਹੀਂ ਹਾਂ। ਹੁਣ ਇਸ ਤੋਂ ਬਾਅਦ ਮੈਂ ਆਪਣੇ ਖੇਲ ਦੇ ਨਾਲ, ਆਪਣੇ ਕੌਤਕ ਨਾਲ, ਆਪਣੇ ਬਲ ਦੇ ਨਾਲ ਪਾਤਸ਼ਾਹੀ ਲਹਾਂਗਾ। ਆਖਣ ਲੱਗਾ ਮੈਂ ਹੁਣ ਫਤਿਹ ਦਰਸ਼ਨ ਬੁਲਾਵਾਂਗਾ। ਖਾਲਸਾ ਫਤਿਹ ਬੁਲਾਉਂਦਾ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨੇ ਵਾਹਿਗੁਰੂ ਦੀ ਥਾਂ ਦਰਸ਼ਨ ਕਰ ਦਿੱਤੀ ਸੀ। ਦਰਸ਼ਨ, ਵਾਹਿਗੁਰੂ ਸ਼ਬਦ ਹਟਾ ਦਿੱਤਾ ਤੇ ਦਰਸ਼ਨ ਲਾ ਦਿੱਤਾ। ਇਸ ਕਰਕੇ ਉਹਨੇ ਆਖਿਆ ਵੀ ਮੈਂ ਹੁਣ ਦਰਸ਼ਨ ਫਤਿਹ ਬੁਲਾਇਆ ਕਰਾਂਗਾ। ਜਿਹੜੀ ਇਹ ਗੁਰੂ ਦੀ ਫਤਿਹ ਹੈ ਨਾ, ਤੁਸੀਂ ਵਾਹਿਗੁਰੂ ਸ਼ਬਦ ਜਿਹੜਾ ਬੋਲਦੇ ਹੋ ਨਾ, ਇਹ ਮੈਂ ਦੂਰ ਕਰ ਦੇਣਾ। ਮੈਂ ਹੁਣ ਗੁਰੂ ਫਤਿਹ ਨਹੀਂ ਰਹਿਣ ਦੇਣੀ, ਦਰਸ਼ਨ ਫਤਿਹ ਕਰ ਦੇਣੀ ਹੈ। ਜਿਵੇਂ ਸਿੰਘਾਂ ਨੇ ਸਾਡੇ ਬੱਕਰੇ ਮਾਰੇ ਸੀ ਨਾ ਡੇਰੇ ਵਿੱਚ ਆ ਕੇ, ਐਵੇਂ ਮੈਂ ਇਹਨਾਂ ਸਿੰਘਾਂ ਨੂੰ ਖੁਆਰ ਕਰਨਾ। ਇਹਨਾਂ ਨੇ ਮੇਰੇ ਡੇਰੇ ਵਿੱਚ ਆ ਕੇ ਇਹੋ ਜਿਹਾ ਕੰਮ ਕੀਤਾ, ਮੈਂ ਵੈਸ਼ਨੂੰ ਸਾਧ ਸੀਗਾ, ਹੁਣ ਮੈਂ ਇਹਨਾਂ ਸਿੰਘਾਂ ਨੂੰ ਉਸੇ ਤਰ੍ਹਾਂ ਹੀ ਖੁਆਰ ਕਰਨਾ ਹੈ। ਇੰਨੀ ਗੱਲ ਕਹਿ ਕੇ ਬੰਦਾ ਗੁੱਸੇ ਵਿੱਚ ਆ ਗਿਆ ਤੇ ਤੁਰਕਾਂ ਨੂੰ ਮਾਰਨ ਲੱਗ ਪਿਆ ਹੈ। ਹੁਣ ਤੁਰਕਾਂ ਕੋਲੋਂ, ਵਿਚਾਰਿਆਂ ਕੋਲੋਂ ਕੀ ਹੋਣਾ ਸੀ, ਉਹਨਾਂ ਦੇ ਹੱਥ ਵਿੱਚ ਤਾਕਤ ਹੀ ਕੋਈ ਨਹੀਂ ਸੀ ਤੇ ਬੰਦਾ ਬਹਾਦਰ ਤਾਕਤਵਰ ਸੀ ਤੇ ਇਸ ਕਰਕੇ ਤੁਰਕਾਂ ਦੇ ਪਾਸੋਂ ਕੁਝ ਹੋ ਨਾ ਸਕਿਆ ਤੇ ਉਹ ਬੰਦੇ ਦੇ ਸਾਹਮਣੇ ਲਾਚਾਰ ਹੋ ਗਏ ਹਨ। ਜਿੰਨੇ ਵੀ ਤੁਰਕ ਸਨ ਬੰਦੇ ਬਹਾਦਰ ਦੇ ਨਾਲ ਮੈਦਾਨੇ ਜੰਗ ਵਿੱਚ ਲੜ ਕੇ ਹਾਰ ਗਏ ਹਨ। ਇਸ ਤਰ੍ਹਾਂ ਪੰਜਾਬ ਦੇ ਵਿੱਚ ਬੰਦੇ ਬਹਾਦਰ ਨੇ ਨਾ ਮਲੇਸ਼ਾਂ ਦੀ, ਤੁਰਕਾਂ ਦੀ ਖੁਆਰੀ ਕੀਤੀ ਹੈ। ਜਦੋਂ ਬੰਦੇ ਬਹਾਦਰ ਨੇ ਸਾਰੇ ਤੁਰਕਾਂ ਨੂੰ ਜਿੱਤ ਲਿਆ, ਕਾਰਨ ਕਿਉਂਕਿ ਕੋਈ ਉਹਦੇ ਨਾਲ ਲੜ ਨਹੀਂ ਸੀ ਸਕਦਾ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਬੰਦੇ ਬਹਾਦਰ ਦਾ ਮੁਕਾਬਲਾ ਕਰ ਸਕੇ। ਜਿਹੜੇ ਚੁਗਲ ਸਨ ਉਹ ਫਿਰ ਆ ਗਏ ਬਾਦਸ਼ਾਹ ਫਰਕਸ਼ਰ ਦੇ ਕੋਲ। ਦੂਜੀ ਵਾਰੀ ਫਿਰ ਬਾਦਸ਼ਾਹ ਨੂੰ ਕਹਿਣ ਲੱਗੇ ਹਨ, ਆਖਣ ਲੱਗੇ ਬਾਦਸ਼ਾਹ ਮਾਤਾ ਨਾ ਬੰਦੇ ਬਹਾਦਰ ਨੂੰ ਕੁਝ ਨਹੀਂ ਕਹਿੰਦੀ, ਜੇ ਤੁਸੀਂ ਆਖੋ ਨਾ ਵੀ ਚਿੱਠੀ ਭੇਜ ਦਿੱਤੀ ਤੇ ਤੁਹਾਡੇ ਕੋਲ ਜਵਾਬ ਆ ਗਿਆ ਵੀ ਉਹਨੇ ਕਹਿ ਦਿੱਤਾ ਵੀ ਮੈਂ ਗੁਰੂ ਘਰ ਦਾ ਸਿੱਖ ਨਹੀਂ, ਇਹ ਤਾਂ ਗੱਲਾਂ ਹੀ ਨੇ। ਮਾਤਾ ਬੰਦੇ ਬਹਾਦਰ ਨੂੰ ਚਿੱਠੀ ਨਹੀਂ ਲਿਖਦੀ। ਬਸ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਨਾ ਮਾਤਾ ਤੁਹਾਨੂੰ ਪਰਚਾ ਰਹੀ ਹੈ। ਬੰਦਾ ਬਹਾਦਰ ਜਿਹੜਾ ਇਹ ਗੁਰੂ ਘਰ ਦਾ ਖਾਦਮ ਹੈ, ਸੇਵਕ ਹੈ ਤੇ ਗੁਰੂ ਘਰ ਦੀ ਮਦਦ ਤੋਂ ਬਿਨਾਂ ਐਡਾ ਬਲੀ ਹੋ ਹੀ ਨਹੀਂ ਸਕਦਾ। ਕਿਸੇ ਵਿੱਚ ਤਾਕਤ ਨਹੀਂ ਕਿ ਗੁਰੂ ਘਰ ਦੀ ਮਦਦ ਤੋਂ ਬਿਨਾਂ ਇੰਨਾ ਸਮਰੱਥ ਹੋ ਜਾਵੇ। ਹੁਣ ਮਾਤਾ ਜੀ ਤਾਂ ਕਹਿ ਰਹੇ ਸਨ ਵੀ ਉਹ ਸਾਡੀ ਗੱਲ ਨਹੀਂ ਮੰਨਦਾ। ਮਾਤਾ ਨੇ ਬਾਰ-ਬਾਰ ਬੰਦੇ ਬਹਾਦਰ ਨੂੰ ਆਖਿਆ, ਉਹਨਾਂ ਨੇ ਆਪਣੇ ਵੱਲੋਂ ਜ਼ੋਰ ਲਾਇਆ ਵੀ ਬੰਦਾ ਸਮਝ ਜਾਵੇ।
ਪਰ ਜਿਹੜੇ ਚੁਗਲ ਸਨ ਉਹ ਕਹਿੰਦੇ ਨਹੀਂ ਮਾਤਾ ਕੋਈ ਜ਼ੋਰ ਨਹੀਂ ਲਾਉਂਦੀ, ਕੋਈ ਗੱਲ ਨਹੀਂ ਕਹਿੰਦੇ ਉਹਨਾਂ ਨੂੰ, ਵੀ ਆਪਣੇ ਕੋਲੋਂ ਗੱਲਾਂ ਹੀ ਬਣਾਉਂਦੇ ਹਨ। ਉਹ ਬਾਤ ਨਹੀਂ ਪਰਚਾਵੇ, ਬਸ ਉਹ ਗੱਲਾਂ ਦੇ ਨਾਲ ਨਾ ਪ੍ਰਚਾਰ ਰਹੇ ਨੇ, ਤੁਹਾਨੂੰ ਟਾਲ ਰਹੇ ਹਨ। ਆਪ ਲਗਾਇਆ ਉਨਕੇ ਪਾਪ, ਇਹ ਜਿਹੜਾ ਬੰਦਾ ਬਹਾਦਰ ਰੂਪੀ ਪਾਪ ਹੈ ਨਾ, ਇਹ ਇਹਨਾਂ ਨੇ ਆਪ ਪੰਜਾਬ ਨੂੰ ਲਾ ਦਿੱਤਾ ਹੈ। ਦੁਰਗ ਪਤਸ਼ਾਹੀ ਕਰੇ ਨ ਖਾਪ, ਤੇ ਕਹਿੰਦੇ ਨੇ ਜਿਹਨੂੰ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਬ ਭੇਜਿਆ ਹੈ, ਉਹ ਤੁਰਕਾਂ ਦੀ ਪਾਤਸ਼ਾਹੀ ਕਿਉਂ ਖਤਮ ਨਹੀਂ ਕਰੇਗਾ। ਦੇਖੋ ਜੜ ਤਾਂ ਪੁੱਟਣੀ ਸੀ ਇਹਨਾਂ ਦੀ, ਮਹਾਰਾਜ ਕਲਗੀਧਰ ਜੀ ਦਾ ਹੁਕਮ ਸੀਗਾ, ਪਰ ਇਹ ਹੁਣ ਤਰੀਕੇ ਦੇ ਨਾਲ, ਇੱਕ ਹੁੰਦਾ ਨਾ ਸ਼ਾਮ ਦਾਮ ਦੰਡ ਭੇ ਦੇ ਨੀਤੀ ਹੁੰਦੀ ਹੈ, ਦੰਡ ਦੇ ਕੇ ਅਗਲੇ ਨੂੰ ਮਨਾ ਲੈਣਾ, ਸ਼ਾਮ ਸ਼ਰਨ ਦੇ ਵਿੱਚ ਪੈ ਕੇ ਉਹਨਾਂ ਨੂੰ ਮਿਲਾ ਲੈਣਾ। ਤੇ ਇਸੇ ਪ੍ਰਕਾਰ ਭੇਦ ਜਿਹੜਾ ਹੁੰਦਾ ਨਾ, ਭੇਦ ਜਾਣ ਕੇ ਪਾੜ ਕੇ ਰਾਜ ਕਰਨਾ, ਪਾੜੋ ਤੇ ਰਾਜ ਕਰੋ, ਇੱਕ ਨੀਤੀ ਹੈ ਨਾ। ਸਾਮ ਦਾਮ, ਦਾਮ ਪੈਸੇ ਦੇ ਕੇ ਖਰੀਦ ਲੈਣਾ। ਅੱਜ ਦੀ ਸਰਕਾਰ ਐਂ ਕਰਦੀ ਹੈ ਨਾ, ਪ੍ਰਚਾਰਕ ਖਰੀਦ ਲਏ, ਵੱਡੇ ਵੱਡੇ ਜਥੇਦਾਰ ਖਰੀਦ ਲਏ ਪੈਸੇ ਦੇ ਕੇ, ਉਹਨਾਂ ਨੇ ਖਰੀਦ ਕੇ ਕੀ ਕੀਤਾ, ਕੌਮ ਦਾ ਨੁਕਸਾਨ ਕੀਤਾ। ਇੱਕ ਫਿਰ ਸ਼ਰਨ ਪੈ ਜਾਣਾ, ਜਿਵੇਂ ਜਹਾਂਗੀਰ ਸ਼ਰਨ ਪੈ ਗਿਆ ਸੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਤੋਂ ਬਾਅਦ 6ਵੇਂ ਪਾਤਸ਼ਾਹ ਦੀ, ਮੈਂ ਤਾਂ ਕੁਝ ਕੀਤਾ ਹੀ ਨਹੀਂ ਕਹਿੰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕੀਤਾ ਨਹੀਂ ਕੀਤਾ ਵਾਹਿਗੁਰੂ ਜਾਣਦਾ, ਪਰ ਖੁਦਾ ਦੀ ਦਰਗਾਹ ਵਿੱਚ ਜਦੋਂ ਜਾਏਗਾ ਨਾ, ਮੈਂ ਤੈਨੂੰ ਪੁੱਛਣ ਵਾਲਾ ਹੋਵਾਂਗਾ, ਉੱਥੇ ਤੈਨੂੰ ਜਵਾਬ ਦੇਣਾ ਪੈਣਾ ਪਰਮੇਸ਼ਰ ਦੀ ਕਚਹਿਰੀ ਵਿੱਚ, ਕਿ ਜੋ ਤੂੰ ਕੀਤਾ ਹੈ, ਹੁਣ ਤਾਂ ਕਈ ਜਣਾ ਨਹੀਂ ਕੀਤਾ, ਪਰ ਉੱਥੇ ਜਵਾਬ ਜ਼ਰੂਰ ਦੇਣਾ ਪੈਣਾ ਤੈਨੂੰ ਜਾ ਕੇ, ਉੱਥੇ ਤੇਰਾ ਮੇਰਾ ਹਿਸਾਬ ਹੋਵੇਗਾ। ਜਹਾਂਗੀਰ ਸ਼ਰਨ ਪੈ ਗਿਆ, ਸ਼ਾਹਜਹਾਨ ਨੇ ਜੰਗ ਕੀਤੇ, ਬਾਅਦ ਵਿੱਚ ਉਹ ਵੀ ਨਿਮਰਤਾ 'ਚ ਆ ਗਿਆ। ਬਹਾਦਰ ਸ਼ਾਹ ਸ਼ਰਨ ਆਇਆ, ਫਰਖਸ਼ੀਅਰ ਵੀ ਸ਼ਰਨ ਆ ਗਿਆ ਪਹਿਲਾਂ, ਪਰ ਅੰਦਰੋਂ ਬੇਈਮਾਨ ਸਨ, ਬਾਹਰੋਂ ਮੂੰਹ ਤੋਂ ਕੁਝ ਹੋਰ ਕਹਿੰਦੇ ਸਨ। ਨੀਤੀ ਹੈ ਨਾ, ਰਾਜਨੀਤੀ ਹੁੰਦੀ ਇੱਦਾਂ ਦੀ ਹੈ, ਬਾਹਰੋਂ ਪੰਥਕ ਹੋਣ ਦਾ ਦਿਖਾਵਾ ਕਰੀ ਜਾਣਾ ਤੇ ਪੰਜਾਬ ਲੁੱਟ ਕੇ ਵੀ ਖਾਈ ਜਾਣਾ। ਤੁਸੀਂ ਵੇਖਦੇ ਹੀ ਪਏ ਹੋ ਕੀ ਕੁਝ ਚੱਲ ਰਿਹਾ। ਸਭ ਇੱਕੋ ਜਿਹੇ ਨੇ, ਰਾਜਨੀਤੀ ਹੈ, ਇਹਨਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਮਹਾਰਾਜ ਨੇ ਧਰਮ ਅੱਗੇ ਰੱਖ ਕੇ ਰਾਜਨੀਤੀ ਪਿੱਛੇ ਲਾਈ ਸੀ, ਇਹਨਾਂ ਰਾਜਨੀਤੀ ਮੂਹਰੇ ਕਰ ਲਈ ਤੇ ਧਰਮ ਰਾਜਨੀਤੀ ਲਈ ਵਰਤ ਲਿਆ। ਇਸ ਕਰਕੇ ਸਾਧ ਸੰਗਤ ਇਹ ਜਿਹੜਾ ਸਮਾਂ ਚੱਲਦਾ ਸੀ, ਥੋੜ੍ਹਾ ਜਿਹਾ ਰਾਜਨੀਤਿਕ ਸਮਾਂ ਸੀਗਾ। ਮਾਤਾ ਜੀ ਬੜੇ ਠਰਮੇ ਨਾਲ ਚੱਲ ਰਹੇ ਸਨ, ਕਿਉਂਕਿ ਔਖਾ ਸਮਾਂ ਸੀ। ਉਧਰ ਪੰਜਾਬ ਦੇ ਵਿੱਚ ਬੰਦਾ ਬਹਾਦਰ ਵੀ ਬਾਗੀ ਹੋ ਰਿਹਾ ਸੀ। ਬੰਦੇ ਬਹਾਦਰ ਨੂੰ ਭੇਜਿਆ ਤੁਰਕਾਂ ਦੀ ਜੜ ਪੁੱਟਣ ਵਾਸਤੇ ਸੀ, ਪਰ ਜੜ ਪੁੱਟਣ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਕਿਸੇ ਹੋਰ ਰਾਹ ਚੱਲ ਪਿਆ ਤੇ ਪੰਥ ਵਿੱਚ ਪਾੜ ਪੈ ਗਿਆ ਆਪਸ ਵਿੱਚ, ਤਤ ਤੇ ਬੰਦਾਈ ਖਾਲਸਾ ਬਣ ਗਿਆ। ਸਾਧ ਸੰਗਤ ਜੀ, ਇੱਥੇ ਜਿਹੜਾ ਬਚਨ ਆ ਰਿਹਾ ਹੈ, ਤੁਰਕ ਪਾਤਸ਼ਾਹੀ ਕਰੇ ਨਾ ਖਾਪ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਚੁਗਲ ਫਰਖਸ਼ੀਅਰ ਨੂੰ ਕਹਿੰਦੇ ਨੇ ਕਿ ਜੇ ਬੰਦੇ ਬਹਾਦਰ ਨੂੰ ਗੁਰੂ ਸਾਹਿਬ ਨੇ ਆਪ ਪੰਜਾਬ ਭੇਜਿਆ, ਉਹ ਤੁਰਕਾਂ ਦੀ ਪਾਤਸ਼ਾਹੀ ਕਿਉਂ ਨਹੀਂ ਨਸ਼ਟ ਕਰੇਗਾ? ਭਾਵ ਜ਼ਰੂਰ ਕਰੇਗਾ। ਹੁਣ ਉਹ ਆਪੇ ਚਤਰ ਵੀ ਬਣਦੇ ਨੇ, ਚੋਰ ਵੀ ਆਪੇ ਤੇ ਚਤਰ ਵੀ ਆਪੇ ਬਣਦੇ ਹਨ। ਇਹ ਬੰਦੇ ਬਹਾਦਰ ਵਿੱਚ ਨਾ ਸਾਰਾ ਉਹਨਾਂ ਦਾ ਆਪਣਾ ਨਿੱਜੀ ਜ਼ੋਰ ਹੈ, ਭਾਵ ਗੁਰੂ ਘਰ ਦੀ ਮਦਦ ਕਰਕੇ ਹੀ ਉਹ ਐਡਾ ਬਲਵਾਨ ਹੈ। ਹੁਣ ਤੁਸੀਂ ਨਾ ਭਾਈ ਨੰਦ ਲਾਲ ਨੂੰ ਭੇਜੋ ਤੇ ਦੋ ਗੱਲਾਂ ਜਿਹੜੀਆਂ ਨੇ ਮਾਤਾ ਜੀ ਕੋਲੋਂ ਕਹਾ ਦੇਵੋ। ਪਹਿਲੀ ਗੱਲ ਕਿ ਮਾਤਾ ਜੀ ਇਹ ਗੱਲ ਕਹਿ ਦੇਣ ਕਿ ਬੰਦੇ ਕੋਲ ਕਰਾਮਾਤ ਨਾ ਰਹੇ। ਹੋ ਸਕਦਾ ਉਹਨਾਂ ਦਾ ਭਰੋਸਾ ਸੀਗਾ ਵੀ ਜੇ ਮਾਤਾ ਇੰਨੀ ਗੱਲ ਕਹਿ ਦੇ ਤੇ ਬੰਦੇ ਵਿੱਚੋਂ ਕਰਾਮਾਤ ਖਤਮ ਹੋ ਜਾਏਗੀ। ਇਸ ਕਰਕੇ ਤੁਸੀਂ ਇਹ ਆਖੋ ਮਾਤਾ ਜੀ ਨੂੰ ਕਿ ਤੁਸੀਂ ਇਹ ਗੱਲ ਕਹਿ ਦਿਓ ਵੀ ਬੰਦੇ ਵਿੱਚ ਕਰਾਮਾਤ ਨਾ ਰਹੇ। ਤੇ ਹੋਰ ਜਿਹੜੇ ਸਿੰਘ ਤੁਹਾਡੇ ਉੱਥੇ ਪੰਜਾਬ ਦੇ ਵਿੱਚ ਬੰਦੇ ਬਹਾਦਰ ਦੇ ਨਾਲ ਹਨ, ਉਹ ਬੰਦੇ ਬਹਾਦਰ ਦੇ ਨਾਲ ਨਾ ਰਹਿਣ। ਇਸ ਪ੍ਰਕਾਰ ਜਿਹੜੀ ਲੜਾਈ ਬਾਬਾ ਬੰਦੇ ਬਹਾਦਰ ਦੀ ਹੈ, ਬੰਦਾ ਬਹਾਦਰ ਤੁਹਾਡੇ ਖਾਸ ਸਿੰਘਾਂ ਕਰਕੇ ਲੜਾਈ ਜਿੱਤਦਾ। ਉਹਦੇ ਵਿੱਚ ਆਪਣੀ ਤਾਕਤ ਨਹੀਂ, ਪੰਥੋਂ ਦੀ ਮਦਦ ਕਰਦਾ, ਉਹ ਤਾਂ ਹੀ ਜੰਗ ਜਿੱਤਦਾ ਹੈ। ਜਦੋਂ ਇਹ ਖਬਰ ਮਾਤਾ ਜੀ ਨੂੰ ਮਿਲੀ, ਮਾਤਾ ਜੀ ਨੇ ਸਲਾਹ ਕੀਤੀ, ਜਿਹੜੇ ਮੁਖੀ ਸਿੰਘ ਸਨ ਉਸ ਸਮੇਂ ਵਿੱਚ ਭਾਈ ਨੰਦ ਲਾਲ ਜੀ, ਉਦੋਂ
ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਸਾਨੂੰ ਪੰਜਾਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਸਨ। ਮੁਖੀ ਸਿੰਘਾਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਮਾਤਾ ਜੀ ਨੇ ਫਿਰ ਇਸ ਤਰ੍ਹਾਂ ਦੇ ਬਚਨ ਆਖੇ ਹਨ। ਮਾਤਾ ਜੀ ਕਹਿੰਦੇ ਅਸੀਂ ਗੁਰੂ ਘਰ ਵੱਲੋਂ ਨੂੰ ਬਾਰ-ਬਾਰ ਸਮਝਾ ਰਹੇ ਹਾਂ, ਪਰ ਉਹਨੇ ਸਾਡੇ ਕਹੇ ਹੋਏ ਬਚਨ ਨਹੀਂ ਮੰਨੇ। ਮਾਤਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੰਥ ਦੇ ਵਾਲੀ, ਜੇ ਉਹ ਜਾਣਦੇ ਨੇ ਸਭ ਕੁਝ ਤੇ ਕਰਾਮਾਤ ਬੰਦੇ ਦੇ ਅੰਦਰੋਂ ਚਲੀ ਜਾਵੇਗੀ ਤੇ ਇਹ ਕਰਾਮਾਤ ਖਾਲਸੇ ਦੇ ਵਿੱਚ ਆ ਜਾਏਗੀ, ਜਿਹੜੀ ਬੰਦੇ ਬਹਾਦਰ ਦੇ ਵਿੱਚ ਹੈ। ਮਾਤਾ ਜੀ ਨੇ ਖਾਲਸੇ ਨੂੰ ਇਹ ਚਿੱਠੀ ਲਿਖ ਕੇ ਭੇਜੀ ਹੈ। ਖਾਲਸੇ ਨੇ ਮਾਤਾ ਜੀ ਦੇ ਕਹੇ ਹੋਏ ਬਚਨ ਸਿਰ ਮੱਥੇ ਮੰਨ ਲਏ ਹਨ। ਹੁਣ ਪਿਛਲਾ ਪ੍ਰਕਰਨ ਜੁੜੇਗਾ, ਜਿਹੜੀ ਦਾਸ ਨੇ ਬੇਨਤੀ ਕੀਤੀ, ਬੰਦਾ ਬਹਾਦਰ ਖਾਲਸੇ ਨੂੰ ਤੰਗ ਰੱਖਦਾ ਸੀ, ਦੁਖੀ ਕਰਦਾ ਸੀ। ਜਦੋਂ ਮਾਤਾ ਦੇ ਬਚਨ ਸੁਣੇ ਤੇ ਖਾਲਸੇ ਨੂੰ ਰੰਗ ਲੱਗ ਗਈ, ਖੁਸ਼ੀਆਂ ਆ ਗਈਆਂ ਸਿੰਘਾਂ 'ਚ। ਅੱਗੇ ਦੁਖੀ ਬੜੇ ਸਨ, ਬੰਦੇ ਬਹਾਦਰ ਦਾ ਸਾਥ ਨਹੀਂ ਸੀ ਛੱਡ ਸਕਦੇ ਸਿੰਘ। ਵੇਖੋ ਕਿੱਡੀ ਸਿੰਘਾਂ ਦੇ ਅੰਦਰ ਸਿਦਕ ਦੀ ਭਾਵਨਾ ਹੈ। ਬੰਦਾ ਭਾਵੇਂ ਸਿੰਘਾਂ ਨੂੰ ਤੰਗ ਕਰਦਾ ਸੀ, ਉਹਨੇ ਆਪਣੀ ਰੀਤ ਵੀ ਚਲਾ ਲਈ ਸੀ, ਗੁਰੂ ਵੀ ਬਣ ਗਿਆ ਸੀ, ਪਰ ਸਿੰਘ ਫੇਰ ਵੀ ਉਹਦੇ ਨਾਲ ਰਹਿੰਦੇ ਸਨ। ਕਾਰਨ ਇਹ ਸੀ ਕਿ ਕਲਗੀਧਰ ਜੀ ਨੇ ਇਹ ਬਚਨ ਕਹਿ ਕੇ ਭੇਜਿਆ ਸੀ ਵੀ ਤੁਸੀਂ ਬੰਦੇ ਬਹਾਦਰ ਦੇ ਨਾਲ ਰਹਿਣਾ। ਬਸ ਓਨੀ ਗੱਲ ਨੂੰ ਪਾਲਦੇ ਪਏ ਸਨ ਸਿੰਘ। ਹੁਣ ਜਦੋਂ ਮਾਤਾ ਜੀ ਦਾ ਹੁਕਮ ਆ ਗਿਆ ਵੀ ਬੰਦੇ ਬਹਾਦਰ ਤੋਂ ਦੂਰ ਹੋ ਜਾਓ, ਤੇ ਸਿੰਘਾਂ ਨੂੰ ਰੰਗ ਲੱਗ ਗਏ। ਬਸ ਹੁਣ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੁਕਮ ਆ ਗਿਆ, ਫਰਮਾਨ ਆ ਗਿਆ। ਹੁਣ ਉਹਨਾਂ ਦੀ ਉਹੀ ਜਾਣਨਾ ਤੇ ਅਸੀਂ ਬੰਦੇ ਬਹਾਦਰ ਦੇ ਕੋਲ ਨਹੀਂ ਰਹਾਂਗੇ। ਖਾਲਸੇ ਨੇ ਮਾਤਾ ਜੀ ਨੂੰ ਇਹ ਬੇਨਤੀ ਕੀਤੀ ਹੈ, ਮਾਤਾ ਜੀ ਸਾਡਾ ਗੁਜ਼ਾਰਾ ਕਿਵੇਂ ਹੋਏਗਾ? ਇੱਥੇ ਤਾਂ ਚਲੋ ਹੁਣ ਬੰਦੇ ਬਹਾਦਰ ਕਰਕੇ ਇਲਾਕਿਆਂ ਦੇ ਵਿੱਚ ਕੁਝ ਸੂਬੇਦਾਰੀਆਂ ਨੇ ਜਿੱਥੇ ਸਿੰਘ ਰਹਿੰਦੇ ਨੇ, ਆਪਣਾ ਲੁੱਟ-ਕੁੱਟ ਕਰਕੇ ਗੁਜ਼ਾਰਾ ਕਰ ਲੈਂਦੇ ਨੇ, ਤੇ ਜੇ ਆਪਾਂ ਇਹਨਾਂ ਤੋਂ ਦੂਰ ਹੋ ਗਏ, ਇੱਕ ਪਾਸੇ ਹੋ ਗਏ ਤਤ ਖਾਲਸਾ, ਤੇ ਸਾਡਾ ਗੁਜ਼ਾਰਾ ਫਿਰ ਕਿਵੇਂ ਹੋਵੇਗਾ? ਮਾਤਾ ਜੀ ਕਹਿੰਦੇ ਸਿੰਘੋ, ਜਿਹੜੀ ਗੁਰੂ ਘਰ ਦੀ ਗੋਲਕ ਹੈ ਨਾ, ਜਿਹੜਾ ਚੜਾਵਾ ਹੈ, ਇਹ ਤੁਸੀਂ ਅੱਜ ਤੋਂ ਬਾਅਦ ਛਕਣਾ ਹੈ। ਇਸ ਤੋਂ ਪਹਿਲਾਂ ਸਿੰਘ ਚੜਾਵਾ ਨਹੀਂ ਸਨ ਛਕਦੇ ਗੁਰੂ ਘਰ ਦਾ, ਪਰ ਉਦੋਂ ਮਜਬੂਰੀ ਬਣ ਗਈ ਨਾ ਸਿੰਘਾਂ ਦੀ, ਕਿਉਂਕਿ ਜੰਗਾਂ ਦਾ ਸਮਾਂ ਸੀ। ਪਹਿਲਾਂ ਕਿਰਤ ਵਿਰਤ ਕਰਕੇ ਗੁਜ਼ਾਰਾ ਕਰ ਲੈਂਦੇ ਸਨ, ਜੰਗ ਵੇਲੇ ਹਰ ਵਕਤ ਉਹਨਾਂ ਨੂੰ ਉੱਥੇ ਮੌਜੂਦ ਰਹਿਣਾ ਪੈਂਦਾ ਸੀ, ਤੇ ਫਿਰ ਕਿਰਤ ਕਿੱਥੋਂ ਕਰਨੀ ਸੀ। ਇਸ ਕਰਕੇ ਮਾਤਾ ਜੀ ਨੇ ਹੁਕਮ ਕੀਤਾ ਵੀ ਪਟਨਾ ਸਾਹਿਬ, ਇਤਿਹਾਸਕਾਰ ਲਿਖਦੇ ਨੇ ਵੀ ਪਟਨਾ ਸਾਹਿਬ ਗੁਰੂ ਕਾ ਖਜ਼ਾਨਾ ਸੀ, ਸਾਰੀ ਮਾਇਆ ਉੱਥੇ ਸੀ। ਉਥੋਂ ਮਾਤਾ ਜੀ ਨੇ ਆਖਿਆ ਵੀ ਪਟਨਾ ਸਾਹਿਬ ਤੋਂ ਜਿਹੜਾ ਖਜ਼ਾਨਾ ਗੁਰੂ ਕੀ ਮਾਇਆ ਹੈ, ਉਹ ਵੀ ਤੁਸੀਂ ਮੰਗਾ ਕੇ ਤੇ ਭਾਈ ਆਪਣਾ ਗੁਜ਼ਾਰਾ ਕਰ ਲਵੋ। ਤੇ ਇੱਥੇ ਦਿੱਲੀ ਵਿੱਚ ਵੀ ਜਿਹੜਾ ਤੋਸ਼ਾ ਖਾਨਾ ਹੈ, ਇਹਦੇ ਵਿੱਚ ਜਿੰਨਾ ਕੁਝ ਹੈ ਨਾ, ਸਾਰਾ ਕੁਝ ਤੁਸੀਂ ਲੈ ਜਾਵੋ। ਪੰਜਾਬ ਦੇ ਵਿੱਚ ਜਾਂ ਹੋਰ ਇਲਾਕਿਆਂ ਵਿੱਚ ਜਿੱਥੇ ਗੁਰੂ ਘਰ ਸਨ, ਮਾਤਾ ਜੀ ਨੇ ਸਾਰੇ ਸਿੰਘਾਂ ਨੂੰ ਸੌਂਪ ਦਿੱਤੇ ਨੇ ਵੀ ਅੱਜ ਤੋਂ ਬਾਅਦ ਤੁਸੀਂ ਖੁਦ ਮੁਖਤਿਆਰ ਹੋਵੋਗੇ, ਗੁਰੂ ਘਰ ਦੀ ਮਾਇਆ ਜਿਤਨੀ ਹੋਏਗੀ ਸਾਰੀ ਤੁਹਾਡੀ ਹੋਵੇਗੀ ਤੇ ਖਾਲਸਾ ਵਰਤੇਗਾ। ਇੱਥੇ ਇੱਕ ਮਸਲਾ ਵੀ ਖੜਾ ਹੋ ਗਿਆ ਸੀ, ਬੰਦਈਆਂ ਨੇ ਵੀ ਰੌਲਾ ਪਾ ਲਿਆ ਸੀ। ਤਤ ਖਾਲਸੇ ਵਿੱਚ ਤੇ ਬੰਦਈਆਂ ਵਿੱਚ ਰੌਲਾ ਪੈ ਗਿਆ। ਬੰਦਈ ਕਹਿੰਦੇ ਵੀ ਗੋਲਕਾਂ ਅਸੀਂ ਲੈਣੀਆਂ ਨੇ, ਤਤ ਖਾਲਸਾ ਕਹਿੰਦਾ ਮਾਤਾ ਜੀ ਦਾ ਹੁਕਮ ਹੈ ਕਿ ਗੋਲਕ ਗੁਰੂ ਘਰ ਦੀ ਜਿਹੜੀ ਆ ਉਹ ਸਾਡੇ ਪਾਸ ਰਹੇਗੀ। ਪੰਥ ਦੇ ਵਿੱਚ ਝਗੜਾ ਵੱਧ ਗਿਆ ਤੇ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਿਆ। ਦਰਬਾਰ ਸਾਹਿਬ ਉਸ ਵਕਤ ਉਹ ਸੇਵਾ ਨਿਭਾਉਂਦੇ ਸਨ। ਭਾਈ ਮਨੀ ਸਿੰਘ ਜੀ ਨੇ ਸੱਦ ਲਿਆ ਸਾਰੇ ਸਿੰਘਾਂ ਨੂੰ, ਬੜੇ ਸਿਆਣੇ ਸੂਝਵਾਨ ਸਨ। ਉਹਨਾਂ ਨੇ ਸਿੰਘਾਂ ਨੂੰ ਆਖਿਆ ਭਾਈ ਇੱਦਾਂ ਕਰਦੇ ਹਾਂ, ਆਪਾਂ ਅਰਦਾਸ ਕਰ ਲੈਂਦੇ ਹਾਂ ਮਹਾਰਾਜ ਕੋਲ, ਆਪਾਂ ਚਿੱਠੀਆਂ ਪਾ ਲੈਂਦੇ ਹਾਂ ਸਰੋਵਰ ਦੇ ਵਿੱਚ। ਅਰਦਾਸ ਬੇਨਤੀ ਕਰਕੇ ਸਰੋਵਰ 'ਚ ਚਿੱਠੀਆਂ ਪਾਵਾਂਗੇ ਤੇ ਜਿਹਦੀ ਚਿੱਠੀ ਉੱਤੇ ਤਰ ਆਏਗੀ, ਗੁਰੂ ਘਰ ਦੀ ਸੇਵਾ ਸੰਭਾਲ ਤੇ ਗੋਲਕ ਉਹੀ ਸੰਭਾਲੇਗਾ। ਭਾਈ ਮਨੀ ਸਿੰਘ ਜੀ ਨੇ 2 ਚਿੱਠੀਆਂ ਲਿਖੀਆਂ, ਇੱਕ ਤਤ ਖਾਲਸੇ ਦੀ ਆਪਾਂ ਪਰਚੀ ਕਹਿ ਸਕਦੇ ਹਾਂ, ਤੇ ਇੱਕ ਬੰਦਈ ਖਾਲਸੇ ਦੀ। 2 ਪਰਚੀਆਂ ਜਿਹੜੀਆਂ ਸੀ ਸਰੋਵਰ ਦੇ ਜਲ ਵਿੱਚ ਪਾ ਦਿੱਤੀਆਂ ਤੇ ਅਰਦਾਸ ਕੀਤੀ ਉਹਨਾਂ ਨੇ, ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ।
ਪਹਿਲਾਂ ਤਾਂ ਕਹਿੰਦੇ ਵੀ ਦੋਨੇ ਚਿੱਠੀਆਂ ਡੁੱਬ ਗਈਆਂ, ਦੋਨੇ ਪਰਚੀਆਂ ਡੁੱਬ ਗਈਆਂ, ਤੇ ਬਾਅਦ ਵਿੱਚ ਇੱਕ ਪਰਚੀ ਤੈਰ ਕੇ ਬਾਹਰ ਆਈ। ਜਦੋਂ ਵੇਖਿਆ ਤੇ ਉਹ ਤੱਤ ਖਾਲਸੇ ਦੀ ਸੀ। ਭਾਈ ਮਨੀ ਸਿੰਘ ਜੀ ਕਹਿੰਦੇ ਨੇ ਵੀ ਗੁਰੂ ਕਾ ਹੁਕਮ ਹੈ ਕਿ ਗੁਰੂ ਘਰ ਦੀ ਸੇਵਾ ਤੱਤ ਖਾਲਸਾ ਸੰਭਾਲੇਗਾ। ਉਸ ਤੋਂ ਬਾਅਦ ਫਿਰ ਜਿਹੜੇ ਬੰਦਈ ਸਨ ਉਹ ਪਿੱਛੇ ਹਟ ਗਏ, ਤੇ ਗੁਰੂ ਘਰ ਦੀ ਜਿੰਨੀ ਗੋਲਕ ਸੇਵਾ ਸੰਭਾਲ ਸਾਰੀ ਸੀ ਇਹਦੀ ਮੁਖਤਿਆਰੀ ਤੱਤ ਖਾਲਸੇ ਕੋਲ ਬਾਬਾ ਵਿਨੋਦ ਸਿੰਘ ਜੀ ਹਰੀ ਉਹਨਾਂ ਦੇ ਪਾਸ ਆ ਗਈ। ਇਸ ਪ੍ਰਕਾਰ ਮਾਤਾ ਜੀ ਦਾ ਹੁਕਮ ਸੀਗਾ, ਤੇ ਮਾਤਾ ਜੀ ਨੇ ਸਾਰੇ ਗੁਰੂ ਘਰ ਦੀ ਸੇਵਾ ਸੰਭਾਲ ਗੋਲਕ ਜੋ ਕੁਝ ਵੀ ਸੀ ਉਹ ਖਾਲਸੇ ਪੰਥ ਨੂੰ ਸੌਂਪ ਦਿੱਤਾ ਹੈ। ਸੋ ਕੋਈ ਦਿਨ ਹਿਮ ਸਰਬ ਲਿਖਿਓ। ਇਸ ਪ੍ਰਕਾਰ ਮਾਤਾ ਜੀ ਨੇ ਇਹ ਜਿਹੜੇ ਬਚਨ ਲਿਖੇ ਹਨ। ਗੁਰ ਬਚਨੀ ਪਾਤਸ਼ਾਹੀ ਗੁਰਖੋ। ਸੋ ਸਾਧ ਸੰਗਤ ਜੀ, ਮਾਤਾ ਜੀ ਨੇ ਫਿਰ ਗੁਰ ਬਚਨੀ ਪਾਤਸ਼ਾਹੀ ਪਈਓ। ਸਿੰਘਾਂ ਨੇ ਮਾਤਾ ਜੀ ਨੂੰ ਇਹ ਬੇਨਤੀ ਕੀਤੀ ਹੈ, ਮਾਤਾ ਜੀ ਗੁਰੂ ਸਾਹਿਬ ਦਾ ਹੁਕਮ ਸੀ ਪਾਤਸ਼ਾਹੀ ਦਾ ਵੀ ਤੁਹਾਨੂੰ ਪਾਤਸ਼ਾਹੀ ਪ੍ਰਾਪਤ ਹੋਵੇਗੀ, ਤੇ ਮਾਤਾ ਜੀ ਕਹਿਣ ਲੱਗੇ ਭਾਈ ਗੁਰੂ ਦੇ ਬਚਨਾਂ ਨਾਲ ਤੁਹਾਨੂੰ ਪਾਤਸ਼ਾਹੀ ਵੀ ਜ਼ਰੂਰ ਪ੍ਰਾਪਤ ਹੋਵੇਗੀ। ਸਿੰਘਨ ਹਮ ਪਿਆਰੂ ਨਾ ਕੋਈ। ਸਿੰਘੋ ਮੈਨੂੰ ਤੁਹਾਡੇ ਤੋਂ ਬਿਨਾ ਹੋਰ ਕੋਈ ਪਿਆਰਾ ਨਹੀਂ ਲੱਗਦਾ। ਮੁਕਤ ਹਮਾਰੇ ਸਿੰਧ ਸੋਈ। ਇਹ ਕਲਗੀਧਰ ਜੀ ਦਾ ਬਚਨ ਹੈ। ਦਮਦਮਾ ਸਾਹਿਬ ਜਦੋਂ ਮਹਾਰਾਜ ਸ਼ਸ਼ੋਭਤ ਸਨ ਤੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਦਰਸ਼ਨ ਕਰਨ ਵਾਸਤੇ ਆਏ, ਤੇ ਉਹ ਸਾਹਿਬਜ਼ਾਦੇ ਵੇਖਦੇ ਸਨ ਕਿੱਥੇ ਨੇ। ਤੇ ਜਦੋਂ ਮਾਤਾ ਜੀ ਚਾਰ ਚਫੇਰੇ ਵੇਖਦੇ ਸਨ ਤੇ ਅੰਦਰ ਦੀ ਭਾਵਨਾ ਸਮਝ ਗਏ ਮਹਾਰਾਜ ਕਲਗੀਧਰ ਜੀ। ਪੁੱਛਣ ਲੱਗੇ ਵੀ ਕੀ ਵੇਖਦੇ ਹੋ ਮਹਾਰਾਜ, ਪੁੱਤਰ ਕਿੱਥੇ ਨੇ? ਗੁਰੂ ਸਾਹਿਬ ਕਹਿੰਦੇ ਸਾਰਾ ਖਾਲਸਾ ਪੰਥ ਤੁਹਾਡਾ ਪੁੱਤਰ ਹੀ ਹੈ, ਤੇ ਜਿਹੜੇ ਉਹ ਚਾਰ ਸਨ ਉਹ ਗੁਰੂ ਕੀ ਅਮਾਨਤ, ਵਾਹਿਗੁਰੂ ਦੀ ਅਮਾਨਤ ਵਾਹਿਗੁਰੂ ਨੂੰ ਸੌਂਪ ਦਿੱਤੀ ਹੈ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਕੀ ਹੋਇਆ ਜੇ ਚਾਰ ਚਲੇ ਗਏ, ਚਾਰ ਸ਼ਹੀਦ ਹੋ ਗਏ, ਆ ਕਈ ਹਜ਼ਾਰ ਮੇਰੇ ਪੁੱਤ ਜਿਉਂਦੇ ਨੇ। ਮੈਂ ਕਈ ਵਾਰੀ ਸੋਚਦਾ ਕਿ ਅਸੀਂ ਤਾਂ ਸਿੱਖੀ ਦਾ ਕਤਲ ਕੀਤਾ ਹੋਇਆ। ਇਨ ਪੁੱਤਰਨ ਕੇ ਸੀਸ ਪਰ, ਇਹਨਾਂ ਪੁੱਤਰਾਂ ਦੇ ਸਿਰ ਦੇ ਉੱਤੋਂ ਵਾਰ ਦੀਏ ਸੁਤ ਚਾਰ, ਮੈਂ ਆਪਣੇ ਚਾਰ ਸੁਤ ਪੁੱਤਰ ਵਾਰ ਦਿੱਤੇ। ਜਿਹੜਾ ਖਾਲਸਾ ਬੈਠਾ ਸੀ ਨਾ ਉਹਨਾਂ ਨੂੰ ਬਚਨ ਸੁਣਾਇਆ ਮਹਾਰਾਜ ਨੇ ਸੰਬੋਧਨ ਕਰਕੇ। ਤੇ ਅੱਜ ਵੀ ਤਾਂ ਬਚਨ ਉਹ ਲਾਗੂ ਹੁੰਦਾ ਨਾ ਸਾਡੇ ਤੇ। ਜੇ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤੇ ਕੀ ਵਾਕਿਆ ਹੀ ਅਸੀਂ ਮਹਾਰਾਜ ਦੇ ਪੁੱਤਰ ਹਾਂ? ਅਸੀਂ ਸਿੱਖੀ ਦਾ ਕਤਲ ਕੀਤਾ ਹੋਇਆ, ਕੇਸ ਕਤਲ ਕਰ ਦਿੱਤੇ। ਨੌਜਵਾਨੀ ਨੇ ਬਾਣੀ ਛੱਡ ਦਿੱਤੀ, ਅੰਮ੍ਰਿਤ ਵੇਲਾ ਛੱਡ ਦਿੱਤਾ, ਨਿਤਨੇਮ ਛੱਡ ਦਿੱਤਾ, ਬਾਣੀ ਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ ਅਸੀਂ। ਤੇ ਫਿਰ ਕੀ ਮਹਾਰਾਜ ਅੱਜ ਸਾਨੂੰ ਕਹਿਣਗੇ ਵੀ ਇਨ ਪੁੱਤਰਨ ਕੇ ਸੀਸ ਪਰ ਵੀ ਆਹੀ ਸੀਗੇ ਜਿਨ੍ਹਾਂ ਤੋਂ ਮੈਂ ਆਪਣੇ ਚਾਰ ਪੁੱਤਰ ਵਾਰ ਦਿੱਤੇ, ਵੀ ਤੁਸੀਂ ਸੀਗੇ? ਜਵਾਬ ਤਾਂ ਦੇਣਾ ਹੀ ਪਏਗਾ ਨਾ ਕਚਹਿਰੀ ਵਿੱਚ ਜਾ ਕੇ ਮਹਾਰਾਜ ਦੀ, ਵੀ ਤੁਸੀਂ ਜਿੱਥੇ ਤੁਹਾਡੇ ਲਈ ਮੈਂ ਆਪਣੇ ਪੁੱਤਰ ਵਾਰੇ ਤੇ ਤੁਸੀਂ ਕੀ ਕੀਤਾ ਪੰਥ ਵਾਸਤੇ? ਅਸੀਂ ਸਾਰੇ ਬਾਗੀ ਹੋ ਗਏ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਤੋਂ। ਕਹਿਣ ਕਹਾਉਣ ਨੂੰ ਅਸੀਂ ਸਿੱਖ ਹੀ ਹਾਂ, ਪਰ ਬਾਗੀ ਹਾਂ ਅਸੀਂ, ਬਾਗੀ ਸਿੱਖ ਮਹਾਰਾਜ ਦੇ, ਕਿਉਂਕਿ ਸਿੰਘਾਂ ਵਾਲੀ ਗੱਲ ਨਹੀਂ ਰਹੀ ਸਾਡੇ ਵਿੱਚ। ਅਸੀਂ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਲੱਗੇ ਹਾਂ। ਕੋਈ ਵੀ ਮਸਲਾ ਖੜਾ ਹੁੰਦਾ ਨਾ ਪੰਥ ਵਿੱਚ, ਜਿੱਥੇ ਸਿੱਖੀ ਤੋਂ ਦੂਰ ਆ ਨਾ, ਕੁਝ ਨੌਜਵਾਨੀ ਸਿੱਖੀ ਤੋਂ ਦੂਰ ਹੋ ਗਈ, ਅੰਮ੍ਰਿਤ ਨਹੀਂ ਛਕਿਆ, ਕੇਸ ਕਤਲ ਕਰਾਈ ਜਾਂਦੇ ਨੇ। ਆ ਜਿਹੜੇ ਲੱਚਰ ਗਾਣ ਵਾਲੇ ਗਾਇਕ, ਉਹਨਾਂ ਦੇ ਪਿੱਛੇ ਸਾਧ ਸੰਗਤ ਹਰ ਵਕਤ ਫਿਰਦੇ ਰਹਿੰਦੇ ਨੇ। ਬਾਣੀ ਨੂੰ ਛੱਡ ਦਿੱਤਾ, ਬਾਣੇ ਨੂੰ ਛੱਡ ਦਿੱਤਾ, ਉਹ ਤਾਂ ਇੱਕ ਵੱਖਰਾ ਪੱਖ ਹੈ। ਤੇ ਦੂਜਾ ਪੱਖ ਹੈ ਜਿਹੜੇ ਮਹਾਰਾਜ ਦੀ ਬਾਣੀ ਤੇ ਉਟੰਕਣ ਕਰਨ ਲੱਗ ਗਏ, ਕਿੰਤੂ ਪਰੰਤੂ ਕਰਨ ਲੱਗ ਗਏ ਵੀ ਅਸੀਂ ਸਾਰਾ ਕੁਝ ਹਾਂ। ਤੇ ਕਈ ਉਹਨਾਂ ਨੂੰ ਸਾਬਤ ਕਰਨ ਵਾਸਤੇ ਲੱਗੇ ਨੇ ਵੀ ਇਹ ਸੱਚ ਕਹਿੰਦੇ ਨੇ, ਇਹ ਸੱਚ ਕਹਿ ਰਹੇ ਨੇ। ਬਸ ਜੋ ਇਹਨਾਂ ਨੇ ਕਹਿ ਦਿੱਤਾ ਇਹ ਸੱਚ ਹੈ, ਬਾਕੀ ਸਾਰਾ ਝੂਠ ਹੈ। ਤੇ ਜਿਹੜੇ ਬਾਣੀ ਨੂੰ ਨਿੰਦੀ ਜਾਂਦੇ ਨੇ ਤੇ ਫਿਰ ਉਹ ਕਾਹਦੇ ਜਥੇਦਾਰ ਹੋਏ ਕਿਸੇ ਦੇ? ਤੁਸੀਂ ਮੁਖੀ ਹੋ ਜਿਹੜੇ ਬਾਣੀ ਤੇ ਕਿੰਤੂ ਪਰੰਤੂ ਕਰਦੇ ਪਏ ਹੋ ਬਹਿ ਕੇ। ਮਹਾਰਾਜ ਕਿਵੇਂ ਕਹਿ ਦੇਣਗੇ ਵੀ ਮੈਂ ਤੁਹਾਡੇ ਤੋਂ ਆਪਣੇ ਪੁੱਤਰ ਵਾਰੇ ਨੇ? ਇਹ ਗੱਲਾਂ ਸਾਰੀਆਂ ਸੋਚਣ ਤੇ ਵਿਚਾਰਨ ਵਾਲੀਆਂ ਨੇ। ਬਾਣੀ ਤੇ ਕਿੰਤੂ ਕਰਨਾ ਨਾ ਛੱਡਿਆ ਤੇ ਸਾਡੀ ਖੁਆਰੀ ਹੋਣੀ ਹੈ। ਸਿੱਖ ਨਾ ਬਣੇ, ਕੇਸ ਕਤਲ ਕਰਨੋਂ ਨਾ ਹਟੇ, ਅੰਮ੍ਰਿਤ ਵੇਲਾ ਨਾ ਸੰਭਾਲਿਆ, ਨਿਤਨੇਮ ਬਾਣੀ ਨਾ ਸੰਭਾਲੀ, ਸੰਧਿਆ ਰਹਿਰਾਸ ਦਾ ਸਮਾਂ ਨਾ ਸੰਭਾਲਿਆ, ਖੁਆਰੀ ਤਾਂ ਹੋਣੀ ਹੈ।
ਫਿਰ ਅਸੀਂ ਕਹਿੰਦੇ ਹਾਂ ਜੀ ਫਲਾਣਾ ਸਿੱਖਾਂ ਨੂੰ ਆਹ ਕਹਿ ਗਿਆ, ਧਮਕਾਣਾ ਸਿੱਖਾਂ ਨੂੰ ਆਹ ਕਹਿ ਗਿਆ। ਉਹਨਾਂ ਨੇ ਕਹਿਣਾ ਹੀ ਹੈ ਜਦੋਂ ਤੁਹਾਡੇ ਵਿੱਚ ਸਾਹ ਸੱਤ ਨਹੀਂ ਰਿਹਾ। ਸਾਹ ਸੱਤ ਹੋਵੇਗਾ ਤੇ ਅਗਲਾ ਕਿਉਂ ਆਖੇ ਇੰਨੀ ਗੱਲ ਤੁਹਾਨੂੰ? ਕਮੀਆਂ ਤੁਹਾਡੇ ਆਪਣੇ ਵਿੱਚ, ਸਾਡੇ ਆਪਣੇ ਵਿੱਚ ਨੇ। ਜਦੋਂ ਅਗਲੇ ਨੂੰ ਮੌਕਾ ਮਿਲਦਾ ਨਾ ਤੇ ਮੌਕਾ ਵੇਖ ਕੇ ਦੂਸਰਾ ਗੱਲ ਕਰਦਾ ਹੁੰਦਾ ਹੈ। ਖੈਰ ਸਾਧ ਸੰਗਤ ਜੀ, ਮਾਤਾ ਜੀ ਨੇ ਆਖਿਆ ਪੁੱਤਰ ਹਮਾਰੇ ਸਿੰਘ ਸੋਈ। ਖਾਲਸਾ ਜੀ ਤੁਸੀਂ ਜਿੰਨੇ ਸਿੰਘ ਹੋ ਨਾ ਸਾਡੇ ਪੁੱਤਰ ਹੋ, ਤੇ ਮੈਨੂੰ ਆਪਣੇ ਪੁੱਤਰਾਂ ਤੋਂ ਜ਼ਿਆਦਾ ਹੋਰ ਕੋਈ ਦੂਸਰਾ ਪਿਆਰਾ ਨਹੀਂ ਹੈ। ਤੇ ਸਾਡਾ ਜਿਹੜਾ ਦਾਵਾ ਗੁਰੂ ਕੇ ਸਿੰਘਾਂ ਤਾਈਂ ਹੈ। ਮੇਰੇ ਸਿੰਘ ਜਿਹੜੇ, ਮੇਰੇ ਪੁੱਤਰ ਜਿਹੜੇ ਗੁਰੂ ਘਰ ਦੀ ਗੌਲਕ ਵਰਤਣਗੇ, ਉਹੀ ਗੁਰੂ ਘਰ ਦਾ ਪਹਿਨਣਗੇ ਤੇ ਗੁਰੂ ਘਰ ਦਾ ਖਾਣਗੇ। ਤੇ ਮੈਨੂੰ ਕਹਿਣ ਤੋਂ ਖਿਮਾ ਕਰ ਦਿਓ, ਅੱਜ ਆ ਜਿੰਨੀਆਂ ਵੀ ਸੰਸਥਾਵਾਂ ਚੱਲਦੀਆਂ ਨੇ ਦੂਜਿਆਂ ਦੀਆਂ ਮਦਦ ਕਰਨ ਵਾਲੀਆਂ, ਮੈਨੂੰ ਇਹ ਦੱਸਣ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖਾਂ ਤੇ ਸਿੰਘਾਂ ਤੇ ਕਿੰਨਾ ਕੁ ਪੈਸਾ ਲਾ ਦਿੱਤਾ ਆ। ਇਹ ਦਾਅਵਾ ਕਰਨ ਇੱਥੇ ਆ ਕੇ ਅਸੀਂ ਇੰਨੇ ਪੈਸੇ ਲਾ ਦਿੱਤੇ, ਅਸੀਂ ਆਹ ਸੇਵਾ ਕੀਤੀ, ਅਸੀਂ ਉਹ ਕੀਤੀ, ਮਨੁੱਖਤਾ ਦੀ ਸੇਵਾ। ਯਾਨੀ ਕਿ ਪੰਥ ਤੋਂ ਬਾਹਰ ਸਾਰੇ ਮਨੁੱਖ ਨੇ ਤੇ ਪੰਥ ਦੇ ਵਿੱਚ ਕੋਈ ਮਨੁੱਖ ਨਹੀਂ ਰਹਿ ਗਿਆ ਵੀ ਜਿਨ੍ਹਾਂ ਦੀ ਸੇਵਾ ਤੁਸੀਂ ਕਰਦੇ ਹੋ ਉਹ ਮਨੁੱਖ ਹੋ ਗਏ। ਆ ਲੋਕਡਾਊਨ ਹੋਇਆ ਸੀਗਾ, ਕਿੰਨਾ ਲੰਗਰ ਵਰਤਾਇਆ ਗਿਆ ਤੇ ਕੀ ਹੋਇਆ? ਲੰਗਰ ਸੁੱਟਿਆ ਅਗਲਿਆਂ ਨੇ, ਰੋਟੀਆਂ ਕੱਚੀਆਂ ਲੈ ਆਓ, ਆਹ ਕਰਤਾ ਉਹ ਕਰਤਾ, ਕਿੰਨੀ ਬੇਅਦਬੀ ਕੀਤੀ ਲੰਗਰ ਦੀ, ਨਾਲੇ ਗਾਲਾਂ ਕੱਢੀਆਂ ਉਹਨਾਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਸੇਵਾ ਨਹੀਂ ਕਰਨੀ ਚਾਹੀਦੀ, ਸਭ ਦੀ ਕਰਨੀ ਚਾਹੀਦੀ ਹੈ, ਪਰ ਪਹਿਲਾਂ ਕਮ ਸੇ ਕਮ ਆਪਣਾ ਘਰ ਵੀ ਵੇਖਣਾ ਚਾਹੀਦਾ ਹੈ। ਬਾਣੀ ਨੇ ਕੀ ਆਖਿਆ ਸੀ? ਉਹ ਅਸੀਂ ਪੰਕਤੀ ਕਮਾ ਨਹੀਂ ਸਕੇ। ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ। ਮਹਾਰਾਜ ਨੇ ਕਿਹਾ ਵੀ ਅਕਲ ਨਾਲ ਸਾਹਿਬ ਦੀ ਸੇਵਾ ਕਰਨੀ। ਦੂਜਾ ਬਚਨ ਸੀ ਅਕਲੀ ਕੀਚੈ ਦਾਨ, ਅਕਲ ਨਾਲ ਦਾਨ ਕਰਨਾ। ਅਸੀਂ ਹੋਰ ਬਾਰਡਰਾਂ ਤੇ ਜਾ ਕੇ ਬਹਿ ਗਏ ਜੀ, ਅਸੀਂ ਆ ਇਹਨਾਂ ਨੂੰ ਆਹ ਖਵਾਤਾ, ਉਹਨਾਂ ਨੂੰ ਉਹ ਖਵਾਤਾ, ਨਲਕੇ ਲਾਤੇ, ਆਹ ਕਰਤਾ। ਪੰਜਾਬ ਦੇ ਵਿੱਚ ਕਿੰਨੇ ਕੁ ਸਿੱਖਾਂ ਨੂੰ ਤੁਸੀਂ ਸੰਭਾਲਿਆ? ਜਿਹੜੀ ਨੌਜਵਾਨੀ ਦਾ ਹਾਲਤ ਹੁੰਦਾ ਨਾ, ਜਿਹੜੇ ਇੱਥੇ ਧਰਮ ਪਰਿਵਰਤਨ ਹੋ ਰਹੇ ਨੇ, ਜਿਹੜੇ ਲੋਕ ਧਰਮ ਪਰਿਵਰਤਨ ਕਰਾ ਰਹੇ ਨੇ, ਕਿਉਂ ਕਰਾ ਰਹੇ ਨੇ? ਮਜਬੂਰੀਆਂ ਕਰਕੇ ਲੋਕ ਧਰਮ ਬਦਲਦੇ ਪਏ ਨੇ। ਇਹਨਾਂ ਨੂੰ ਤਾਂ ਕਿਸੇ ਨੇ ਆ ਕੇ ਦਾਨ ਨਹੀਂ ਦਿੱਤਾ, ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ। ਕਿਉਂ? ਅਸੀਂ ਦਾਨ ਜਿਹੜਾ ਦੂਜਿਆਂ ਵਾਸਤੇ ਰੱਖਿਆ, ਹਾਈਲਾਈਟ ਹੋਣ ਵਾਸਤੇ, ਵੀ ਉਹ ਸਾਨੂੰ ਚੰਗਾ ਕਹਿਣ। ਸਿੱਖਾਂ ਦਾ ਕੀ ਹੈ? ਸਾਨੂੰ ਦੂਜੇ ਲੋਕ ਚੰਗਾ ਕਹਿਣਗੇ ਨਾ, ਅਸੀਂ ਚੰਗੇ ਬਣ ਜਾਵਾਂਗੇ, ਮੇਰੀ ਵਾਹ ਵਾਹ ਆ, ਬਸ ਮੈਂ ਚੰਗਾ। ਦਾਨ ਵੀ ਜਿਹੜਾ ਹੈ, ਕਲਗੀਧਰ ਜੀ ਕਹਿੰਦੇ ਦਾਨ ਦਿਓ ਇਨਹੀ ਕੋ ਭਲੋ, ਆਨ ਕੋ ਦਾਨ ਨਾ ਲਾਗਤ ਨੀਕੋ। ਅਸੀਂ ਮਹਾਰਾਜ ਦਾ ਬਚਨ ਤਾਂ ਕਮਾਇਆ ਨਹੀਂ, ਦਾਨ ਦਿੱਤਾ ਖਾਲਸੇ ਨੂੰ ਚੰਗਾ ਹੈ। ਕਿਸੇ ਹੋਰ ਨੂੰ ਦਿੱਤਾ ਹੋਇਆ ਦਾਨ ਜਿਹੜਾ ਲੱਗਦਾ ਹੀ ਨਹੀਂ, ਉਹ ਫੁੱਲਦਾ ਹੀ ਨਹੀਂ। ਜੇ ਖਾਲਸੇ ਨੂੰ ਦਿਓਗੇ ਤੇ ਫੁੱਲੇਗਾ। ਤੇ ਖਾਲਸਾ ਤਾਂ ਜਿਹੜਾ ਔਖੇ ਸਮੇਂ ਵਿੱਚੋਂ ਸਮਾਂ ਕੱਢਦਾ ਪਿਆ ਤੇ ਅਸੀਂ ਦਾਨ ਦੂਜਿਆਂ ਨੂੰ ਦੇਈ ਜਾਂਦੇ ਹਾਂ। ਅਸੀਂ ਜੀ ਸਮਾਜ ਦੀ ਸੇਵਾ ਕਰਦੇ ਹਾਂ। ਗੁਰੂ ਘਰ ਦੀਆਂ ਗੋਲਕਾਂ 'ਚ ਪੈਸਾ ਨਾ ਪਾਓ। ਇੱਕ ਆਖੇ ਜੀ ਹਰਿਮੰਦਰ ਸਾਹਿਬ ਜਾ ਕੇ ਉੱਥੇ ਪੈਸਾ ਨਾ ਪਾਓ, ਕਹਿੰਦਾ ਮੇਰੀ ਜੇਬ 'ਚ ਪਾ ਦਿਓ ਲਿਆ ਕੇ, ਵੀ ਮੈਂ ਜਥੇਦਾਰ ਹਾਂ ਨਾ, ਵੀ ਮੈਂ ਜਾ ਕੇ ਦੂਜਿਆਂ ਨੂੰ ਬਾਰਡਰਾਂ 'ਤੇ ਪੈਸਾ ਖਵਾਨਾ, ਮੇਰੀ ਜੇਬ 'ਚ ਪਾਈ ਚੱਲੋ। ਗਰੀਬੜੇ ਸਿੱਖ ਪੰਜਾਬ ਦੇ ਵਿੱਚ ਨੇ, ਪੰਜਾਬ ਤੋਂ ਬਾਹਰ ਗਰੀਬ ਸਿੱਖ ਨੇ। ਕੀ ਉਹਨਾਂ ਦੇ ਬੱਚਿਆਂ ਨੂੰ ਕਿਸੇ ਨੇ ਐਜੂਕੇਸ਼ਨ ਦਿੱਤੀ ਹੈ? ਕਿ ਉਹਨਾਂ ਨੂੰ ਪੜ੍ਹਾਇਆ? ਕੁਝ ਕਿਹੋ ਜਿਹੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਅੱਜ ਸਿੱਖਾਂ ਦਾ ਧਿਆਨ ਰੱਖ ਰਹੀਆਂ ਨੇ, ਕੋਸ਼ਿਸ਼ ਕਰਦੇ ਨੇ, ਪਰ ਜਿਨ੍ਹਾਂ ਕੋਲ ਇੰਨਾ ਕੁ ਅੰਤਾਂ ਦਾ ਪੈਸਾ ਹੈ ਉਹ ਦੂਜਿਆਂ ਨੂੰ ਖਵਾਉਣ ਵਾਸਤੇ ਲੱਗੇ ਵੀ ਤੁਸੀਂ ਖਾਈ ਜਾਓ। ਤੁਹਾਡਾ ਆਪਣਾ ਘਰ ਭੁੱਖਾ ਮਰਦਾ ਹੋਵੇ ਤੇ ਤੁਸੀਂ ਦੂਜੇ ਦੇ ਮੂੰਹ 'ਚ ਬੁਰਕੀ ਪਾਓ ਤੇ ਕਿੱਥੋਂ ਦੀ ਸਿਆਣਪ ਹੈ? ਇਹ ਗੱਲਾਂ ਭਾਵੇਂ ਹੈ ਬੜੀਆਂ ਕੌੜੀਆਂ, ਕਈਆਂ ਨੂੰ ਚੁਭਣਗੀਆਂ, ਜਿਹੜੇ ਬਹੁਤੇ ਉਹਨਾਂ ਦੇ ਪ੍ਰੇਮੀ ਨੇ, ਪਰ ਮਹਾਰਾਜ ਦਾ ਬਚਨ ਹੈ ਦਾਨ ਦਿਓ ਇਨਹੀ ਕੋ ਭਲੋ। ਪਹਿਲਾਂ ਆਪਣੇ ਪੰਥ ਨੂੰ ਸੰਭਾਲੋ, ਫਿਰ ਦੂਜਿਆਂ ਦੀ ਮਦਦ ਕਰੋ। ਇਤਰਾਜ਼ ਕਿਸੇ ਨੂੰ ਨਹੀਂ ਹੋਵੇਗਾ। ਇਤਰਾਜ਼ ਨਹੀਂ ਕਿ ਤੁਸੀਂ ਦੂਜਿਆਂ ਦੀ ਮਦਦ ਕਰਦੇ ਹੋ, ਉਸ ਗੱਲ ਤੇ ਨਹੀਂ। ਇਤਰਾਜ਼ ਇਸ ਗੱਲ ਤੇ ਹੈ ਕਿ ਤੁਸੀਂ ਆਪਣੇ ਘਰ ਨੂੰ ਨਹੀਂ ਪੁੱਛਦੇ। ਮੈਂ ਬਚਨ ਤਾਂ ਸਾਂਝਾ ਕੀਤਾ ਜਿਹੜਾ ਬਚਨ ਮਾਤਾ ਜੀ ਨੇ ਕਿਹਾ, ਸਿੰਘ ਹੀ ਪਹਿਨੈ ਸਿੰਘ ਹੀ ਖਾਹੇ। ਗੁਰੂ ਘਰ ਦਾ ਸਿੰਘ ਪਹਿਨਣਗੇ ਤੇ ਸਿੰਘ ਹੀ ਖਾਣਗੇ। ਕਿਉਂ? ਉਹਦੇ ਉੱਤੇ ਦਾਵਾ ਗੁਰੂ ਕੇ ਖਾਲਸੇ ਦਾ, ਖਾਲਸੇ ਉੱਤੇ ਦਾਵਾ ਗੁਰੂ ਦਾ, ਤੇ ਗੁਰੂ ਉੱਤੇ ਦਾਵਾ ਖਾਲਸੇ ਦਾ ਹੈ।
ਇਸ ਕਰਕੇ ਦਾਨ ਦਿਓ ਇਨਹੀ ਕੋ ਭਲੋ ਆਨ ਕੋ ਦਾਨ ਨਾ ਲਾਗਤ ਨੀਕੋ। ਮੇਰੇ ਖਾਲਸੇ ਨੂੰ ਦਿੱਤਾ ਹੋਇਆ ਦਾਨ ਹੀ ਚੰਗਾ ਹੈ। ਦੋਹਰਾ ਸਭੈ ਖਾਲਸੇ ਵਿਖਹੀ ਮਾਤਾ ਪੈ ਅਰਦਾਸ। ਗੁਰੂ ਕੇ ਖਾਲਸੇ ਨੇ ਹੱਥ ਜੋੜ ਕੇ ਮਾਤਾ ਸੁੰਦਰੀ ਪਾਸ ਅਰਦਾਸ ਕੀਤੀ ਹੈ। ਕਹਿਣ ਲੱਗੇ ਮਾਤਾ ਜੀ ਬਿਨਾਂ ਲੁੱਟਣ ਕੁੱਟਣ ਤੋਂ ਜੇ ਅਸੀਂ ਹਮਲਾ ਨਹੀਂ ਕਰਾਂਗੇ ਨਾ ਮਲੇਸ਼ਾਂ ਤੇ ਜਿਹੜੇ ਪਾਪ ਕਰਦੇ ਨੇ ਖਾਲਸਾ ਕਿਵੇਂ ਪ੍ਰਗਟ ਹੋਵੇਗਾ, ਖਾਲਸੇ ਨੂੰ ਬਾਦਸ਼ਾਹੀ ਕਿਵੇਂ ਪ੍ਰਾਪਤ ਹੋਵੇਗੀ। ਮਾਤਾ ਸੁੰਦਰੀ ਜੀ ਨੇ ਇਸ ਪ੍ਰਕਾਰ ਖਾਲਸੇ ਨੂੰ ਬਚਨ ਆਖੇ ਹਨ। ਮਾਤਾ ਜੀ ਕਹਿੰਦੇ ਖਾਲਸਾ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਵੇਂ ਕਰ ਲਿਓ, ਪਰ ਹਲੇ ਕੁਝ ਨਹੀਂ ਕਰਨਾ, ਥੋੜਾ ਸਮਾਂ ਰੁਕੋ। ਬੰਦਾ ਬਹਾਦਰ ਮਨ ਮਰਜ਼ੀ ਕਰਦਾ ਹੈ। ਹੁਣ ਵੇਖੋ ਵੀ ਉਹਦੇ ਵਿੱਚ ਕਿੰਨਾ ਕੁ ਤਾਣ ਕਿੰਨਾ ਕੁ ਬਲ ਹੈ। ਬੰਦਾ ਸਾਡੇ ਤੋਂ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਬੇਈਮਾਨ ਹੋ ਗਿਆ ਹੈ। ਅਸੀਂ ਕਿਹੜਾ ਤੁਰਕਾਂ ਦੇ ਦੇਣਦਾਰ ਹਾਂ ਵੀ ਅਸੀਂ ਕਰਜ਼ਾ ਲਿਆ ਤੇ ਉਹਨਾਂ ਨੂੰ ਕਰਜ਼ਾ ਮੋੜਨਾ ਹੈ। ਹਾਂ ਅਸੀਂ ਲੈਣਦਾਰ ਜ਼ਰੂਰ ਹਾਂ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਰਾਜ ਦਿੱਤਾ, ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਰਾਜ ਭਾਗ ਜਿਹੜਾ ਬਹਾਦਰ ਸ਼ਾਹ ਨੂੰ ਦਿੱਤਾ ਹੈ। ਇਸ ਕਰਕੇ ਇਹ ਅਹਿਸਾਨਮੰਦ ਨੇ ਗੁਰੂ ਘਰ ਦੇ, ਇਹ ਕਰਜ਼ਾਈ ਨੇ ਗੁਰੂ ਘਰ ਦੇ, ਪਰ ਅਸੀਂ ਇਹਨਾਂ ਦੇ ਕਰਜ਼ਾਈ ਨਹੀਂ ਹਾਂ। ਇਹਨਾਂ ਨੇ ਕੁਕਰਮ ਕੀਤੇ ਸਾਡੇ ਵੱਡੇ ਵਡੇਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸ਼ਹਾਦਤ ਦਿੱਤੀ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਿੱਤੀ। ਆਪਣਾ ਸੀਸ ਲਾ ਕੇ ਇਹਨਾਂ ਦਾ ਰਾਜ ਭਾਗ ਗਾਲ ਦਿੱਤਾ ਹੈ। ਮਾਤਾ ਸੁੰਦਰ ਕੌਰ ਜੀ ਕਹਿੰਦੇ ਖਾਲਸਾ ਜੀ ਅਸੀਂ ਵੀ ਆਪਣਾ ਸੀਸ ਇਹਨਾਂ ਤੁਰਕਾਂ ਦੇ ਸਿਰ ਲਾ ਕੇ ਇਹਨਾਂ ਦੀ ਜੜ ਪੁੱਟਣਾ ਚਾਹੁੰਦੇ ਹਾਂ। ਮਾਤਾ ਕਹਿਣ ਲੱਗੇ ਅਸੀਂ ਬੰਦੇ ਨੂੰ ਖਿਦਮਤ ਦਿੱਤੀ ਸੀ, ਸੇਵਾ ਦਿੱਤੀ ਸੀ, ਪਾਤਸ਼ਾਹੀ ਨਹੀਂ ਸੀ ਦਿੱਤੀ। ਤੁਸੀਂ ਕਥਾ ਸੁਣੀ ਹੈ ਨਾ, ਬੰਦਾ ਕਹਿੰਦਾ ਮਹਾਰਾਜ ਸੇਵਾ ਬਖਸ਼ੋ, ਗੁਰੂ ਸਾਹਿਬ ਕਹਿੰਦੇ ਵੀ ਆਹ ਸੇਵਾ ਤੇਰੀ ਲਾਉਣੀ, ਵੀ ਆਹ ਸੇਵਾ ਕਰਨੀ ਹੈ। ਪਾਤਸ਼ਾਹੀ ਦਾ ਹੁਕਮ ਖਾਲਸੇ ਨੂੰ ਹੋਇਆ ਸੀਗਾ, ਹੰਨੇ ਹੰਨੇ ਤੁਹਾਡੀ ਪਾਤਸ਼ਾਹੀ ਹੋਏਗੀ। ਤੁਸੀਂ ਮੁੜ ਤੋਂ ਕਥਾ ਸੁਣੀ ਹੈ ਤੁਹਾਨੂੰ ਪਤਾ ਲੱਗ ਜਾਏਗਾ। ਮਹਾਰਾਜ ਨੇ ਜਦੋਂ ਖਾਲਸਾ ਪੰਥ ਸਾਜਿਆ ਸੀ ਤੇ ਜਦੋਂ ਸਿੰਘਾਂ ਨੇ ਕਿਹਾ ਵੀ ਜੇ ਇਹ ਪਾਤਸ਼ਾਹ ਬਣਨਾ ਚਾਹੇ ਮਹਾਰਾਜ ਅਸੀਂ ਇਹਦਾ ਸਾਥ ਨਹੀਂ ਦੇਵਾਂਗੇ, ਤੇ ਕਲਗੀਧਰ ਜੀ ਨੇ ਗੱਲ ਬੰਦੇ ਬਹਾਦਰ ਨੂੰ ਕਹੀ ਸੀ ਜੇ ਪਾਤਸ਼ਾਹ ਬਣਨ ਦੀ ਕੋਸ਼ਿਸ਼ ਕਰੇਗਾ ਫਿਰ ਨਹੀਂ ਕੁਝ ਮਿਲਣਾ। ਹਾਂ ਤੈਨੂੰ ਖਾਲਸੇ ਵਿੱਚ ਰਲਾ ਦਿੱਤਾ, ਤੇਰੀ ਵੀ ਪਾਤਸ਼ਾਹੀ ਹੈ, ਪਰ ਖਾਲਸੇ ਤੋਂ ਅੱਡ ਹੋ ਕੇ ਜੇ ਪਾਤਸ਼ਾਹ ਬਣੇਗਾ ਫਿਰ ਤੇਰੇ ਪੱਲੇ ਕੁਝ ਨਹੀਂ ਰਹੇਗਾ। ਇਹ ਗੁਰੂ ਘਰ ਦੀ ਮਰਿਆਦਾ ਤੇ ਇਤਿਹਾਸ ਫੈਸਲਾ ਕਰਦਾ ਆ। ਅੱਜ ਗੁਰਦੁਆਰੇ ਦਾ ਪ੍ਰਧਾਨ ਗੁਰੂ ਹੈ ਕਿ ਤੂੰ ਹੈ? ਆ ਗੁਰਦੁਆਰੇ ਦਾ ਪ੍ਰਧਾਨ, ਗੁਰਦੁਆਰੇ ਦਾ ਸੈਕਟਰੀ, ਗੁਰਦੁਆਰੇ ਦੇ ਪ੍ਰਧਾਨ ਸਾਹਿਬ ਆ। ਬੋਲਣਗੇ ਤੇ ਕਹਿਣਗੇ ਬਾਬਾ ਨਾਨਕ। ਉਹ ਪ੍ਰਧਾਨ ਤਾਂ ਉਹ ਸੀ ਜਿਹਨੂੰ ਬਾਬਾ ਨਾਨਕ ਕਹਿੰਦੇ ਹੋ, ਉਹ ਸਨ ਧੰਨ ਗੁਰੂ ਨਾਨਕ ਦੇਵ ਜੀ, ਤੇ ਆਪ ਪ੍ਰਧਾਨ ਸਾਹਿਬ ਬਣ ਗਏ। ਪ੍ਰਚਾਰਕ ਗੁਰੂ ਸਾਹਿਬ ਨੂੰ ਬਾਬਾ ਨਾਨਕ ਕਹੀ ਜਾਂਦੇ ਨੇ ਤੇ ਜਿਹੜੇ ਅਖੌਤੀ ਉਹਨਾਂ ਨੂੰ ਪ੍ਰਧਾਨ ਸਾਹਿਬ ਕਹੀ ਜਾਂਦੇ ਨੇ। ਜਿਹਨੂੰ ਸਾਹਿਬ ਕਹਿਣਾ ਸੀ ਉਹ ਭਲੇ ਉਹਦੇ ਨਾਮ ਦੇ ਨਾਲ ਤਾਂ ਸਾਹਿਬ ਲਾਇਆ ਨਹੀਂ ਜਿਹੜਾ ਤੁਹਾਡਾ ਮਾਲਕ ਸੀ। ਜਥੇਦਾਰੀਆਂ ਦਿੱਤੀਆਂ, ਮਾਣ ਨਾਲ ਕਹੀਦਾ ਮਹਾਰਾਜ ਨੇ ਜਥੇਦਾਰ ਬਾਬਾ ਦੀਪ ਸਿੰਘ ਨੂੰ ਬਣਾਇਆ, ਸੀਸ ਦਿੱਤਾ ਨਾ ਉਹਨਾਂ ਨੇ। ਜਥੇਦਾਰ ਭਾਈ ਮਨੀ ਸਿੰਘ ਜੀ ਸੀਸ ਦਿੱਤਾ ਸੀ ਨਾ ਉਹਨਾਂ ਨੇ। ਭਾਈ ਤਾਰੂ ਸਿੰਘ ਜੀ ਖੋਪਰ ਲੁਹਾਇਆ ਨਾ ਉਹਨਾਂ ਨੇ, ਬੰਦ ਕਟਾਏ ਨਾ ਸਿੰਘਾਂ ਨੇ, ਕੁਰਬਾਨੀਆਂ ਦਿੱਤੀਆਂ ਸਿੰਘਾਂ ਨੇ। ਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਨਵਾਬੀਆਂ ਵੀ ਮਿਲੀਆਂ। ਭਾਈ ਕਪੂਰ ਸਿੰਘ ਜੀ ਨਵਾਬੀ ਮਿਲੀ ਉਹਨਾਂ ਨੂੰ ਤੇ ਨਵਾਬ ਕਪੂਰ ਸਿੰਘ ਬਣਾਇਆ। ਮਹਾਰਾਜਾ ਵੀ ਬਣਾਇਆ, ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ। ਬਣੇ ਕਿ ਨਹੀਂ ਬਣੇ ਉਹ? ਕਿਉਂਕਿ ਉਹਨਾਂ ਨੇ ਕੁਰਬਾਨੀ ਕੀਤੀ। ਤੇ ਅੱਜ ਗੋਲਕ ਪਿੱਛੇ ਪੱਗ ਲਾ ਦਿੰਦੇ ਨੇ ਮਹਾਰਾਜ ਦੀ ਹਜ਼ੂਰੀ ਵਿੱਚ। ਇਹੀ ਹੋ ਰਿਹਾ। ਤੇ ਫਿਰ ਜੀ ਅਸੀਂ ਜਥੇਦਾਰ ਹਾਂ, ਅਸੀਂ ਤਾਂ ਮੁਖੀ ਹਾਂ। ਮੁਖੀ ਨਹੀਂ ਹੁੰਦਾ, ਗੁਰੂ ਘਰ ਦਾ ਸੇਵਾਦਾਰ ਹੁੰਦਾ। ਹਾਂ ਇੱਕ ਮੁੱਖ ਸੇਵਾਦਾਰ ਹੋ ਜਾਏ ਉਹਦੀ ਅਗਵਾਈ ਹੁੰਦੀ ਹੈ, ਪਰ ਯਾਦ ਰੱਖਿਓ ਕਿ ਮੈਨੂੰ ਤਾਂ ਮੁੱਖ ਸੇਵਾਦਾਰ ਸ਼ਬਦ ਕਹਿਣਾ ਵੀ ਚੰਗਾ ਨਹੀਂ ਲੱਗਦਾ। ਮੁੱਖ ਸੇਵਾਦਾਰ ਕਿਹੜਾ ਹੋਇਆ?
ਜਿਹੜਾ ਮੁੱਖ ਸੇਵਾਦਾਰ ਘੱਟ ਕਰਦਾ, ਦੂਜੇ ਜ਼ਿਆਦੀ ਸੇਵਾ ਕਰਦੇ, ਤੇ ਫਿਰ ਜਿਹੜਾ ਜ਼ਿਆਦੀ ਸੇਵਾ ਕਰਦਾ ਉਹ ਮੁੱਖ ਹੋਇਆ ਕਿ ਜਿਹੜਾ ਵਿਚਾਰਾ ਖਲੋਤਾ ਹੋਇਆ ਸੁਪਰਵਾਈਜ਼ਰੀ ਕਰੀ ਜਾਂਦਾ ਵੀ ਆਹ ਕਰ ਦੋ ਤੇ ਆਪ ਜਾ ਕੇ ਅੰਦਰ ਦਫ਼ਤਰ ਵਿੱਚ ਤੇ ਮਠਿਆਈ ਤੇ ਬਦਾਮ ਛਕੀ ਜਾਂਦਾ, ਕਿ ਉਹ ਮੁੱਖ ਸੇਵਾਦਾਰ ਹੋਇਆ। ਗੱਲਾਂ ਬੜੀਆਂ ਨੇ ਕਹਿਣ ਨੂੰ, ਕੌੜੀਆਂ ਨੇ ਪਰ ਹੈ ਸੱਚੀਆਂ। ਪ੍ਰਧਾਨ ਸਾਹਿਬ, ਕੋਈ ਪ੍ਰਧਾਨ ਸਾਹਿਬ ਨਹੀਂ ਹੁੰਦਾ ਗੁਰੂ ਘਰ ਦੇ ਵਿੱਚ। ਸੇਵਾਦਾਰ ਹੈ ਤੇ ਸੇਵਾਦਾਰ ਬਣ ਕੇ ਸੇਵਾ ਕਰੋ। ਗੁਰੂ ਗ੍ਰੰਥ ਸਾਹਿਬ ਦੇ ਪ੍ਰਧਾਨ ਨਹੀਂ ਤੁਸੀਂ ਬਣ ਸਕਦੇ। ਪ੍ਰਧਾਨ ਕੇਵਲ ਇੱਕ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦੀ ਖਿਦਮਤ ਸਾਨੂੰ ਮਿਲੀ ਆ ਉਹ ਭਲਿਓ। ਜੇ ਗੁਰੂ ਘਰ ਦੀ ਸੇਵਾ ਮਿਲ ਗਈ ਤੇ ਆਪਣੇ ਆਪ ਨੂੰ ਚਾਕਰ ਆਖਿਆ ਕਰੋ ਗੁਰੂ ਨਾਨਕ ਸਾਹਿਬ ਦੇ ਘਰ ਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਕਹਿੰਦੇ ਨੇ? ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਅਸੀਂ ਤਾਂ ਚਾਕਰ ਆ, ਇਹਨਾਂ ਦੇ ਸੇਵਾਦਾਰ ਆ। ਇਸ ਕਰਕੇ ਸਾਧ ਸੰਗਤ ਜੀ, ਪ੍ਰਧਾਨ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਅਸੀਂ ਤਾਂ ਚਾਕਰ ਆ ਇਹਨਾਂ ਦੀ ਸੇਵਾ ਕਰਨ ਵਾਲੇ। ਸੇਵਾ ਕਰੋ, ਆਪੇ ਮਹਾਰਾਜ ਵੱਡਾ ਬਣਾ ਦੇਣਗੇ। ਪਾਛੰ ਕ੍ਰੋਧ ਅਗਰਣੀਵ ਹੈ, ਇਹ ਸੰਸਕ੍ਰਿਤੀ ਸ਼ਲੋਕਾਂ ਦਾ ਵਚਨ ਹੈ। ਜਿਹੜੇ ਪਿੱਛੇ ਨੇ ਜੇ ਸੇਵਾ ਕਰ ਲੈਣ ਤੇ ਮੂਹਰੇ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਪ੍ਰਧਾਨ ਬਣਨ ਦੀ ਲੋੜ ਨਹੀਂ, ਵੋਟਾਂ ਦੀ ਲੋੜ ਨਹੀਂ ਪੈਂਦੀ। ਮੈਂ ਹੈਰਾਨ ਹੋ ਗਿਆ ਵੀ ਸਾਡੇ ਦੇਸ਼ ਦੇ ਵਿੱਚ ਤਾਂ ਵੋਟਾਂ ਪੈਣ ਸਰਕਾਰ ਲਈ, ਗੁਰਦੁਆਰਿਆਂ ਵਿੱਚ ਪ੍ਰਧਾਨ ਦੀਆਂ ਵੋਟਾਂ ਪਈ ਜਾਂਦੀਆਂ ਨੇ। ਕਿਉਂ? ਸਾਡਾ ਅੰਦਰ ਦਾ ਜਿਹੜਾ ਭਾਵ ਸੀ ਨਾ ਗੁਰੂ ਘਰ ਦੀ ਸੇਵਾ ਵਾਲਾ, ਉਹ ਖਤਮ ਹੋ ਗਿਆ। ਪ੍ਰਧਾਨ ਬਣਨ ਵਾਲਾ ਭਾਵ ਵੱਧ ਗਿਆ। ਚੰਗੀ ਲੱਗੇ ਗੱਲ ਤਾਂ ਵੀ ਕੋਈ ਨਹੀਂ, ਨਾ ਲੱਗੇ ਤਾਂ ਵੀ ਕੋਈ ਨਹੀਂ। ਸਾਡੀ ਸੇਵਾ ਵਾਲੀ ਭਾਵਨਾ ਖਤਮ ਹੋ ਗਈ। ਨਵਾਬ ਕਪੂਰ ਸਿੰਘ ਵਰਗੇ ਘੋੜਿਆਂ ਦੀ ਲਿੱਦ ਚੁੱਕਦੇ ਨੇ। ਨਵਾਬੀ ਆਈ ਨਾ ਜਦੋਂ ਲਾਹੌਰ ਦਰਬਾਰ ਵਿੱਚੋਂ, ਸਿੰਘਾਂ ਨੇ ਚੁੱਕ ਕੇ ਮਾਰੀ ਨਵਾਬੀ। ਸਾਨੂੰ ਨਹੀਂ ਚਾਹੀਦੀ ਨਵਾਬੀ, ਅਸੀਂ ਪਾਤਸ਼ਾਹੀ ਲਵਾਂਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ। ਅਸੀਂ ਤੁਹਾਡੀ ਨਵਾਬੀ ਕੀ ਕਰਨੀ ਹੈ? ਉਹਨਾਂ ਨੇ ਉਹ ਖਿੱਲਤ ਚੁੱਕ ਕੇ ਮਾਰੀ। ਭਾਈ ਸੁਬੇਗ ਸਿੰਘ ਕਹਿੰਦੇ ਮਹਾਰਾਜ ਪੰਥ ਨੂੰ ਬੇਨਤੀ ਕਰਨ ਲੱਗੇ, ਇਹ ਨਵਾਬੀ ਇੱਕ ਭੇਟਾ ਹੈ, ਇਹ ਤੁਹਾਨੂੰ ਕੋਈ ਜਗੀਰ ਨਹੀਂ ਉਹ ਦੇ ਰਹੇ, ਉਹ ਬੇਨਤੀ ਕਰਕੇ ਛੋਟੀ ਜੀ ਤੁੱਛ ਭੇਟਾ ਦੇ ਰਹੇ, ਕਬੂਲ ਕਰ ਲਓ। ਕਹਿੰਦੇ ਜੀ ਕਿਹਨੂੰ ਦਈਏ? ਕਹਿੰਦੇ ਜੀ ਨਵਾਬ ਕਪੂਰ ਸਿੰਘ ਨੂੰ ਬੁਲਾ ਕੇ ਲਿਆਓ। ਘੋੜਿਆਂ ਦੀ ਸੇਵਾ ਕਰਦੇ ਸਨ, ਪੱਖਾ ਝੱਲਦੇ ਸਨ ਸੰਗਤ ਨੂੰ, ਤੇ ਕਹਿੰਦੇ ਕਪੂਰ ਸਿੰਘ ਨਵਾਬੀ ਆਈ ਹੈ ਤੇ ਪੰਥ ਦਾ ਹੁਕਮ ਹੈ ਵੀ ਕਹਿੰਦੇ ਨਵਾਬੀ ਕਪੂਰ ਸਿੰਘ ਨੂੰ ਦੇ ਦਿਓ। ਕਹਿੰਦੇ ਮਹਾਰਾਜ ਮੈਨੂੰ ਨਹੀਂ ਨਵਾਬੀ ਚਾਹੀਦੀ, ਆਪਾਂ ਸੇਵਾਦਾਰ ਹੀ ਠੀਕ ਆ। ਤੇ ਉਹਨਾਂ ਨੇ ਫਿਰ ਪੰਥ ਨੇ ਹੁਕਮ ਲਾਇਆ, ਨਹੀਂ ਇਹ ਪੰਥ ਦਾ ਹੁਕਮ ਹੈ ਵੀ ਨਵਾਬੀ ਤਾਂ ਲੈਣੀ ਪੈਣੀ ਹੈ ਤੁਹਾਨੂੰ। ਕਹਿੰਦੇ ਮਹਾਰਾਜ ਠੀਕ ਹੈ, ਜੇ ਨਵਾਬੀ ਦੇ ਰਹੇ ਹੋ ਫਿਰ ਸੇਵਾ ਨਾ ਖੋਇਓ। ਮੈਂ ਘੋੜਿਆਂ ਦੀ ਸੇਵਾ ਕਰਦਾ, ਉਹ ਨਾ ਖੋਇਓ। ਸੰਗਤ ਨੂੰ ਪੱਖਾ ਫੇਰਦਾ, ਸੇਵਾ ਨਾ ਖੋਇਓ। ਜੋ ਮਰਜ਼ੀ ਬਣਾ ਦਿਓ, ਪਰ ਰਹਿਣਾ ਸੇਵਾਦਾਰ ਬਣ ਕੇ ਹੈ। ਨਵਾਬ ਕਪੂਰ ਸਿੰਘ ਜਿੰਨੀ ਦੇਰ ਤੱਕ ਤਨ ਵਿੱਚ ਪ੍ਰਾਣ ਰਹੇ, ਨਵਾਬ ਤਾਂ ਸੀ, ਪਰ ਨਵਾਬ ਦੇ ਨਾਲ ਨਾਲ ਉਹ ਗੁਰੂ ਘਰ ਦੇ ਸੇਵਾਦਾਰ ਬਣ ਕੇ ਰਹੇ। ਸਿੰਘਾਂ ਦੇ ਅੰਦਰ ਦੀ ਭਾਵਨਾ, ਅੰਦਰ ਦਾ ਪਿਆਰ ਹੈ। ਇਸ ਕਰਕੇ ਦੇਨਹਾਰ ਹਮ ਤੁਰਕਨ ਨਾਹੀ, ਲੈਣਦਾਰ ਬੈਠੇ ਇਨ ਪਾਹੀ। ਮਾਤਾ ਜੀ ਕਹਿੰਦੇ ਨੇ ਜਿਹੜੇ ਤੁਰਕ ਨੇ ਨਾ, ਇਹਨਾਂ ਦਾ ਅਸੀਂ ਕਰਜ਼ਾ ਨਹੀਂ ਦੇਣਾ, ਅਸੀਂ ਇਹਨਾਂ ਕੋਲੋਂ ਲੈਣਦਾਰ ਆ। ਇਹ ਸਾਡੇ ਕਰਜ਼ਾਈ ਨੇ। ਗੁਰੂ ਨਾਨਕ ਸਾਹਿਬ ਕਲਗੀਧਰ ਜੀ ਨੇ ਇਹਨਾਂ ਨੂੰ ਰਾਜ ਬਖਸ਼ਿਆ ਹੈ। ਜਿਵੇਂ ਸਾਡੇ ਵੱਡੇ ਵਡੇਰਾਂ ਨੇ ਆਪਣਾ ਸੀਸ ਚੜਾਇਆ ਹੈ, ਅਸੀਂ ਵੀ ਆਪਣਾ ਸੀਸ ਤੁਰਕਾਂ ਦੇ ਸਿਰ ਤੇ ਲਾਣਾ ਚਾਹੁੰਦੇ ਹਾਂ। ਮਾਤਾ ਜੀ ਕਹਿੰਦੇ ਬੰਦੇ ਬਹਾਦਰ ਨੂੰ ਖਿਦਮਤ ਦਿੱਤੀ, ਸੇਵਾਦਾਰੀ ਦਿੱਤੀ ਹੈ। ਪੰਥ ਦੀ ਸੇਵਾ ਕਰਨੀ ਹੈ, ਪਾਤਸ਼ਾਹੀ ਨਹੀਂ ਦਿੱਤੀ। ਮਹਾਰਾਜ ਕਲਗੀਧਰ ਜੀ ਨੇ ਆਪ ਸੱਚੇ ਪਾਤਸ਼ਾਹ ਨੇ ਪੰਥ ਨੂੰ ਪਾਤਸ਼ਾਹੀ ਦਿੱਤੀ ਹੈ। ਖਾਲਸਾ ਕਿਸੇ ਕੋਲੋਂ ਮੰਗ ਕੇ ਨਹੀਂ ਲੈਂਦਾ ਪਾਤਸ਼ਾਹੀ, ਪਾਤਸ਼ਾਹੀ ਗੁਰੂ ਕੋਲੋਂ ਮੰਗਦਾ। ਮਹਾਰਾਜ ਤੁਸੀਂ ਪਾਤਸ਼ਾਹੀ ਦਿਓਗੇ ਤੇ ਕਰਾਂਗੇ, ਪਰ ਬੰਦੇ ਦੀ ਦਿੱਤੀ ਪਾਤਸ਼ਾਹੀ ਅਸੀਂ ਨਹੀਂ ਲੈਣੀ। ਇਹ ਖਾਲਸੇ ਦਾ ਨੇਮ ਹੈ। ਤੋ ਬਾਬਾ ਬੰਦਾ ਸਿੰਘ ਬਹਾਦਰ ਦਾ ਰਹਿੰਦਾ ਪ੍ਰਕਰਨ ਵੀ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ ਹੇ ਗੋਪਾਲ ਹੇ ਦਇਆ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ। ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ।
ਅੰਧਕੂਪ ਮਹਾ ਭਿਆਨ, ਨਾਨਕ ਪਾਰਿਓ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।